जीओ आसावरी महला चौथा। माई मोरो प्रीतम राम बतावो होरी माई। हों हर बिन खिन पल रह न सकों जैसे कर हल बेल रिजाई राम। हमरा मन बैराग बिरकत भयो हर दर्शन मीत कहताई। जैसे अल कमला बिन रह न सकै तैसे मोहे हर बिन रहन न जाय। अराक शरण जगदीश्वर प्यारे मोहे शरदा पूर हर गोसाई। जन नानक कै मन आनंद होत है हर दर्शन निमक दिखाय। मैं तान दीवान तू है मेरे स्वामी मैं तुझे आगे अरदास। मैं होर ताऊ नहीं जिस पे करो बेनती मेरा दुख सुख तुझ ही पास। ज़हरा ज़हूर हाजरा हजूर सर्व कला भरपूर समरथ गुरु लोक परलोक दे रखियक भगतो अशल ज्ञान दे सागर। गुरुआं भगतां सिखां भट्टां दी इलाही बाणी प्रगट गुरां की दे शब्द रूप। धन धन श्री गुरु ग्रंथ साहब जी महाराज महाराज जी की पावन पवित्र गोद विच गुरु शब्द दे नाल जुड़ बैठी जुड़ रही साध संगत बहुत ही भागां वाले हाँ असी सारे जिन्हां ते महाराज जी ने मुड़ कृपा की है। बख्शिश तो उसकी सदा ही रहिंदी है पर जे किधरे ओदी बख्शिश दे विच ओदी याद ओदा नाम मिल जाए तो गल कुछ होर बनती है। बच्चों नूं माँ बाप प्यार तो सारे करते हैं पर जदों न्याणे नूं बच्चे नूं माँ बाप कोल कुछ खर्चण लई पैसा मिल जाता है रुपये मिल जाते हैं फिर उन्हां दी खुशी विच होर वाधा हो जाता खर्चण दे लई। जदों कुछ मिल जाए माँ बाप तो भावें वो प्यार करते हैं पर जदों एक बच्चे नूं अपने माँ बाप तो खर्चण दे लई खाण दे लई कोई पैसा जां कोई वस्तु मिले तो वो बच्चा ज़्यादा खुशी महसूस करता है। वो ज़्यादा अपने माँ बाप वाल फिर देखदा झाकदा मैनू मुड़ मिले। जिहड़ा सानू कल आनंद मिलिया सी सो असी महसूस किया भी बहुत चंगा सी। जिहड़ा पदार्थ कल साडी माँ साडे पिता सतगुरु गुरु ग्रंथ साहब ने सानू दिता सी वो बहुत मिठा सी, बहुत प्यारा सी।
मन ने फिर इच्छा ज़ाहर की, मैं होर छकना होर खाना। जिस चीज़ दे नाल मन पक्का होवे, तन तगड़ा होवे, ਉਹ ਮਾਂ ਬਾਪ ਵੀ ਆਪਣੇ ਬੱਚੇ ਨੂੰ ਖੁਰਾਕ ਖਵਾਉਂਦੇ ਨੇ ਵੀ ਸਾਡੇ ਬੱਚੇ ਦੀ ਗਰੋਥ ਹੋਵੇ, ਬੱਚਾ ਵਧੇ ਫੁੱਲੇ। ਉਹਦੇ ਲਈ ਪੌਸ਼ਟਿਕ ਆਹਾਰ ਜਾਂ ਖੁਰਾਕ ਜਾਂ ਭੋਜਨ ਉਸ ਨੂੰ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਉਹ ਵੀ ਚਾਹੁੰਦੇ ਨੇ ਮੇਰੇ ਸੇਵਕ ਸਿੱਖ ਬੱਚੇ ਦਾ ਮਨ ਜਿਹੜਾ ਹੈ ਉਹ ਤਗੜਾ ਹੋਵੇ, ਉਹ ਖੁਸ਼ ਰਹੇ। ਇਹਦੇ ਲਈ ਗੁਰੂ ਸਾਹਿਬ ਸਾਨੂੰ ਮਨ ਦੀ ਖੁਰਾਕ ਦਿੰਦੇ ਹਨ, ਬਾਣੀ, ਕੀਰਤਨ, ਕਥਾ। ਸੋ ਜਿਹੜਾ ਇਹ ਖੁਰਾਕ ਲੈਂਦਾ ਉਹਦਾ ਮਨ ਬਹੁਤ ਪਿਆਰਾ ਹੋ ਜਾਂਦਾ, ਉਹਦਾ ਮਨ ਹਮੇਸ਼ਾ ਪ੍ਰਸੰਨ ਰਹਿੰਦਾ, ਉਹਦਾ ਮਨ ਸ਼ਾਂਤ ਰਹਿੰਦਾ, ਸ਼ਾਂਤੀ ਫੀਲ ਕਰਦਾ। ਕਿਉਂ? ਕਿਉਂਕਿ ਉਸ ਨੂੰ ਗੁਰੂ ਨੇ ਭੋਜਨ ਦੇ ਦਿੱਤਾ। ਜਿਵੇਂ ਭੋਜਨ ਖਾਣ ਤੋਂ ਬਾਅਦ ਅਸੀਂ ਬਿਲਕੁਲ ਸੈਟਿਸਫਾਈ ਹੋ ਜਾਂਦੇ ਹਾਂ, ਰੱਜ ਜਾਂਦੇ ਹਾਂ, ਡਕਾਰ ਮਾਰਦੇ ਹਾਂ ਵੀ ਹਾਂ ਵੀ ਰੋਟੀ ਖਾ ਲਈ, ਹੁਣ ਐਨ ਆਨੰਦ ਆ ਗਿਆ, ਖੁਸ਼ ਹੁੰਦੇ ਹਾਂ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਰੱਬ ਦੇ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ, ਜਦੋਂ ਉਹਨਾਂ ਨੂੰ ਵੀ ਭੋਜਨ ਮਿਲ ਜਾਂਦਾ, ਨਿਤਨੇਮ ਮਿਲ ਜਾਂਦਾ, ਕੀਰਤਨ ਕਥਾ ਸ਼ਬਦ ਬਾਣੀ ਦੀ ਖੁਰਾਕ ਮਿਲ ਜਾਂਦੀ ਹੈ, ਅਤੇ ਉਹ ਵੀ ਫਿਰ ਖੁਸ਼ ਅਤੇ ਪ੍ਰਸੰਨ ਹੁੰਦੇ ਹਨ। ਸਾਚੇ ਨਾਮ ਕੀ ਲਾਗੈ ਭੋਗ, ਉਹ ਤਾਂ ਭੁੱਖੇ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਸੋ ਇਸ ਲਈ ਗੁਰੂ ਦੀ ਬਾਣੀ ਇਹ ਸਾਡੀ ਭੁੱਖ ਨੂੰ ਮਿਟਾ ਕੇ ਸਾਨੂੰ ਤ੍ਰਿਪਤ ਕਰਦੀ ਹੈ। ਤ੍ਰਿਪਤ ਰਹੇ ਅਗਾਏ, ਰਜਾਉਂਦੀ ਹੈ। ਜਿਹੜਾ ਮਨ ਸਾਡਾ ਭੁੱਖੜ, ਜਿਹਨੂੰ ਕਹਿੰਦੇ ਨੇ ਭੁੱਖਾ, ਬਾਣੀ ਵਿੱਚ ਮਨ ਨੂੰ ਭੁੱਖਾ ਵੀ ਲਿਖਿਆ ਹੋਇਆ। ਭੁੱਖਿਆ ਭੁੱਖ ਨਾ ਉਤਰੀ, ਜੀਵਨ ਪੁਰੀਆਂ ਭਾਰ। ਮਤਲਬ ਪੰਡਾਂ ਇਸ ਦੇ ਸਿਰ 'ਤੇ ਚੁਕਾ ਦਿਓ, ਭਾਵੇਂ ਧਨ ਦੌਲਤ ਦੀਆਂ, ਇਹ ਰੱਜੇਗਾ ਨਹੀਂ। ਜਿੱਥੇ ਇਹ 4 ਫੁਲਕੇ ਖਾਂਦਾ, ਇਹਨੂੰ 10 ਖਵਾ ਦਿਓ, ਫਿਰ ਵੀ ਇਹ ਪਿਛਾਂਹ ਨਹੀਂ ਹਟੇਗਾ, ਨੀਅਤ ਨਹੀਂ ਰੱਜੇਗੀ, ਫਿਰ ਵੀ ਕਹੇਗਾ ਹੋਰ। ਸੋ ਇਸ ਲਈ ਗੁਰੂ ਤ੍ਰਿਪਤ ਕਰਦਾ, ਗੁਰੂ ਰਜਾਉਂਦਾ। ਬਾਣੀ ਜਿਹੜੀ ਅਸੀਂ ਪੜ੍ਹਦੇ ਹਾਂ, ਕਥਾ ਕੀਰਤਨ ਜਿਹੜੀ ਸੁਣਦੇ ਹਾਂ ਅਸੀਂ, ਇਹਦੇ ਵਿੱਚ ਸਾਨੂੰ ਸਬਰ ਦੀ ਸਿੱਖਿਆ ਦਿੱਤੀ ਜਾਂਦੀ ਹੈ, ਸਿਦਕ ਦੀ ਸਿੱਖਿਆ ਦਿੱਤੀ ਜਾਂਦੀ। ਸਬਰ ਕਿੱਦਾਂ ਕਰਨਾ, ਜ਼ਿੰਦਗੀ ਵਿੱਚ ਸੰਜਮ ਕਿਵੇਂ ਰੱਖਣਾ, ਧਿਆਨ ਦੇਣਾ, ਇਹ ਸਾਨੂੰ ਬਾਣੀ ਸਿਖਾਉਂਦੀ ਹੈ। ਅਸੀਂ ਕਹਾਂਗੇ, ਸੌਖੀ ਉਦਾਹਰਨ ਮੈਂ ਦਿੰਦਾ ਹੁੰਦਾ, ਮੈਂ 4 ਫੁਲਕੇ ਛਕਦਾ, ਹੁਣ ਉਹਦੀ ਜਗ੍ਹਾ ਮੈਂ 2 ਜਾਂ 1 ਕਿਵੇਂ ਛਕਾਂ ਭਾਈ? ਛਕਿਆ ਜਾ ਸਕਦਾ। ਮੈਂ ਜੀ 14 ਘੰਟੇ ਸੌਂਦਾ ਅਤੇ ਮੈਂ ਹੁਣ 6 ਜਾਂ 8 ਘੰਟੇ ਕਿਵੇਂ ਸੌਵਾਂ? ਹੋ ਸਕਦਾ। ਧਿਆਨ ਦੇਣਾ, ਸੌਖੀ ਉਦਾਹਰਨ। ਇੱਕ ਬੰਦਾ 4 ਫੁਲਕਿਆਂ ਨੂੰ 20 ਮਿੰਟ ਲਾਉਂਦਾ, ਧਿਆਨ ਦੇਣਾ, ਅਤੇ ਜੇ ਉਹ 2 ਖਾ ਕੇ ਤੰਦਰੁਸਤ ਰਹਿੰਦਾ, 4 ਖਾ ਕੇ ਉਸਦਾ ਦਿਲ ਭਾਰਾ ਭਾਰਾ, ਅੰਦਰ ਭਾਰਾ ਭਾਰਾ ਰਹਿੰਦਾ, ਬਦਹਾਜ਼ਮੀ ਹੁੰਦੀ ਹੈ। ਮਨ ਕਹਿੰਦਾ ਨਹੀਂ ਮੈਂ 4 ਹੀ ਖਾਣੀ ਹੈ, 2 ਵੀ ਖਾ ਸਕਦਾ। ਜੇ 4 ਰੋਟੀਆਂ 20 ਮਿੰਟ 'ਚ ਖਾਂਦਾ ਅਤੇ 2 ਰੋਟੀਆਂ ਨੂੰ 20 ਮਿੰਟ 'ਚ ਖਾਏ, ਸਬਰ ਆ ਜਾਏਗਾ। ਉਹਨੂੰ ਸਮਾਂ ਲਗਾਏ, ਉਹਦੇ 'ਚੋਂ ਸਵਾਦ ਲਵੇ। ਪਸ਼ੂਆਂ ਵਾਂਗੀ ਨਹੀਂ, ਪਸ਼ੂਆਂ ਵਾਂਗੂ ਖਾਣ ਨੂੰ ਸਾਨੂੰ ਨਹੀਂ ਕਿਹਾ, ਇਨਸਾਨਾਂ ਵਾਂਗੂ ਖਾਣ ਨੂੰ ਕਿਹਾ। ਵੈਸੇ ਚਲੋ ਉਦਾਹਰਨ ਆ ਗਈ ਹੈ। ਪਸ਼ੂ ਪਹਿਲਾਂ ਸੁੱਟਦੇ ਨੇ ਸਿੱਧਾ ਅੰਦਰ ਹਰਾ, ਬਾਅਦ ਵਿੱਚ ਉਹ ਜੁਗਾਲੀ ਕਰਦੇ ਨੇ, ਗਾਲੀ ਕਹਿ ਦਈਏ ਜਿਹਨੂੰ, ਜਿਹਦੇ ਮੂੰਹ ਦੇ ਵਿੱਚ ਝੱਗ ਵੀ ਆਉਂਦੀ ਹੈ, ਉਹ ਫਿਰ ਉਹਨੂੰ ਮੂੰਹ ਨੂੰ, ਦੰਦਾਂ ਨੂੰ ਆਪਸ ਵਿੱਚ ਰਗੜੀ ਜਾਂਦੇ ਨੇ, ਰਗੜੀ ਜਾਂਦੇ, ਮੂੰਹ 'ਚੋਂ ਝੱਗ ਆਉਂਦੀ ਹੈ। ਉਹਦਾ ਕੋਈ ਕਾਰਨ, ਉਹ ਅੰਦਰ ਗਿਆ ਜਿਹੜਾ ਹੈ, ਉਸ ਨੂੰ ਉਹ ਪਚਾਉਂਦੇ ਨੇ ਕਿਸੇ ਤਰੀਕੇ ਦੇ ਨਾਲ। ਅਤੇ ਸਾਨੂੰ ਵੀ ਭੋਜਨ ਪਚਾਉਣ ਦੇ ਲਈ ਉਸ ਨੂੰ ਚਬਾਉਣ ਦੇ ਲਈ ਕਿਹਾ। ਅਸੀਂ ਮੂੰਹ ਦੇ ਵਿੱਚ 2 ਜਾਂ 5 ਸਕਿੰਟ ਵੀ ਨਹੀਂ ਰੱਖਦੇ, ਬਸ ਮੂੰਹ ਦੇ ਵਿੱਚ ਗਿਆ। ਤਰਲ ਭੋਜਨ ਹੋਵੇ ਤਾਂ ਇੱਕਦਮ, ਜਦ ਕਿ ਉਸ ਨੂੰ ਚਬਾਉਣਾ ਬਣਦਾ ਹੈ। ਔਰ ਉਸੇ ਹੀ 4 ਫੁਲਕਿਆਂ ਦੀ ਜਗ੍ਹਾ ਜੇ 2 ਫੁਲਕਿਆਂ ਨੂੰ ਚਬਾ ਕੇ ਓਨਾ ਹੀ ਸਮਾਂ ਲਾ ਕੇ ਛਕਿਆ ਜਾਏ, ਅਤੇ ਬੰਦੇ ਦੇਖਿਓ ਤੁਸੀਂ ਰੱਜ ਜਾਏਗਾ, ਸਬਰ ਆ ਜਾਏਗਾ।
ਇਸੇ ਤਰ੍ਹਾਂ ਨੀਂਦ ਹੈ। ਬੜੀ ਵਾਰੀ ਤੁਸੀਂ ਸਰਵਣ ਕਰ ਚੁੱਕੇ, ਇਸ ਨੂੰ ਜਿੰਨੀ ਵਧਾਉਣੀ ਵਧਾ ਲਓ, ਭੁੱਖ ਨੂੰ ਜਿੰਨੀ ਵਧਾਉਣੀ ਵਧਾ ਲਓ, ਘਟਾਉਣੀ ਘਟਾ ਲਓ, ਇਹ ਆਪਣੇ ਹੱਥ ਵੱਸ ਹੈ। ਅਸੀਂ ਤਾਂ 3-3 ਟਾਈਮ ਰੋਟੀ ਇੱਥੇ ਖਾਂਦੇ ਹਾਂ ਨਾ ਘਰਾਂ ਦੇ ਵਿੱਚ, ਕਈ ਇਲਾਕਿਆਂ ਦੇ ਵਿੱਚ 2 ਟਾਈਮ ਹੀ ਖਾਂਦੇ ਨੇ, ਦੁਪਹਿਰ ਨੂੰ ਨਹੀਂ ਖਾਂਦੇ, ਸਵੇਰੇ ਸ਼ਾਮ ਹੀ ਬਣਾਉਂਦੇ ਆ। ਇਹ ਆਪਣੇ ਆਪ ਹੀ ਉਹ ਸਰੀਰ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ। ਮਤਲਬ ਸਬਰ ਸਿਦਕ ਕੁਝ ਪ੍ਰੈਕਟੀਕਲ ਕਰਨਾ ਪੈਂਦਾ। ਬਾਣੀ ਸਾਨੂੰ ਦੱਸਦੀ ਹੈ ਸੰਜਮ ਤਿਆਗ। ਜਿਸ ਦੇ ਕੋਲ ਸੰਜਮ ਅਤੇ ਤਿਆਗ ਹੋਏਗਾ ਉਹਦਾ ਮਨ ਵੀ ਪੱਕਾ ਹੋਏਗਾ। ਜਿਹੜਾ ਇੱਕ ਟਾਈਮ ਭੁੱਖ ਬਰਦਾਸ਼ਤ ਨਹੀਂ ਕਰ ਸਕਦਾ, ਉਸਨੇ ਸੰਜਮ ਅਤੇ ਤਿਆਗ ਕੀ ਕਰਨਾ? ਉਹ ਕਿਵੇਂ ਸਫਲ ਹੋ ਸਕਦਾ? ਇਸ ਕਰਕੇ ਜੇਕਰ ਅਸੀਂ ਆਪਣੇ ਮਨ ਨੂੰ, ਆਪਣੇ ਤਨ ਨੂੰ, ਸਰੀਰ ਨੂੰ ਪੱਕਾ ਕਰਨਾ ਹੈ, ਸੰਜਮ ਤਿਆਗ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਣਾ ਪਏਗਾ। ਇਹ ਸਾਰਾ ਕੁਝ ਸਾਨੂੰ ਕੌਣ ਦੱਸੇਗਾ? ਸਾਡੀ ਮਾਂ ਗੁਰਬਾਣੀ, ਸਾਡਾ ਬਾਪ ਗੁਰਬਾਣੀ ਸਾਨੂੰ ਦੱਸਦਾ ਜੀਵਨ ਵਿੱਚ ਚੱਲਣ ਦੀ ਵਿਧੀ, ਜੀਵਨ ਵਿੱਚ ਚੱਲਣ ਦਾ ਤਰੀਕਾ। ਸੋ ਇਸ ਲਈ ਬੇਨਤੀ ਕਰ ਰਹੇ ਸੀ ਕਿ ਮਨ ਨੂੰ ਮਹਾਰਾਜ ਜੀ ਖੁਰਾਕ ਦਿੰਦੇ ਨੇ, ਮਨ ਨੂੰ ਤਕੜਾ ਕਰਦੇ ਨੇ। ਅਤੇ ਜਿਸ ਦਾ ਮਨ ਤਗੜਾ ਹੁੰਦਾ ਹੈ ਉਹ ਜ਼ਿੰਦਗੀ ਵਿੱਚ ਮੱਲਾਂ ਮਾਰਦਾ ਹੈ, ਉਹ ਜ਼ਿੰਦਗੀ ਵਿੱਚ ਸਫਲ ਹੋ ਜਾਂਦਾ ਹੈ। ਜਿਸ ਦਾ ਮਨ ਤਗੜਾ ਨਹੀਂ ਹੁੰਦਾ, ਜਿਸ ਦਾ ਮਨ ਕਮਜ਼ੋਰ ਹੁੰਦਾ ਹੈ, ਉਹ ਛੋਟੀ ਜਿਹੀ ਉਚਾਈ ਤੋਂ ਵੀ ਡਿੱਗ ਪੈਂਦਾ ਹੈ। ਉਹ ਥੋੜ੍ਹਾ ਜਿਹਾ ਸਫ਼ਰ ਵੀ ਨਹੀਂ ਕਰ ਸਕਦਾ। ਇਸ ਕਰਕੇ ਜੇ ਕਿਸੇ ਨੇ ਪੂਰੀ ਸਫਲਤਾ ਪ੍ਰਾਪਤ ਕਰਨੀ ਹੈ, ਉਸ ਨੂੰ ਆਪਣੇ ਮਨ ਨੂੰ ਬਹੁਤ ਜ਼ਿਆਦਾ ਪੱਕਾ ਕਰਨਾ ਪਏਗਾ, ਮਨ ਨੂੰ ਬਹੁਤ ਜ਼ਿਆਦਾ ਸੋਹਣਾ ਬਣਾਉਣਾ ਪਏਗਾ। ਉਹ ਕਾਹਦੇ ਨਾਲ? ਉਹ ਗੁਰਬਾਣੀ ਨਾਲ, ਉਹ ਸੇਵਾ ਨਾਲ, ਉਹ ਸਿਮਰਨ ਨਾਲ। ਆਓ ਗੁਰੂ ਸਾਹਿਬ ਤੋਂ ਅਸੀਂ ਪੁੱਛਦੇ ਹਾਂ ਵੀ ਇਹ ਕਿਵੇਂ ਹੋ ਸਕਦਾ? ਧੰਨ ਧੰਨ ਚੌਥੇ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਆਸਾਵਰੀ ਮਹੱਲਾ ਚੌਥਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 369 ਅਤੇ 70 ਦੇ ਉੱਪਰ ਇਹ ਸ਼ਬਦ ਅੰਕਿਤ ਹੈ, ਜਿਸ ਦੀਆਂ ਪੰਕਤੀਆਂ ਅਸੀਂ ਸ਼ੁਰੂ ਵਿੱਚ ਸਰਵਣ ਕੀਤੀਆਂ। ਗੁਰੂ ਰਾਮਦਾਸ ਜੀ ਫਰਮਾਨ ਕਰਦੇ ਨੇ, ਮਾਈ ਬਾਣੀ ਨੂੰ ਕਹਿੰਦੇ ਨੇ, ਰੱਬ ਨੂੰ ਕਹਿੰਦੇ ਨੇ ਮਾਈ, ਸੋ ਕਿਉਂ ਵਿਸਰੈ ਮੇਰੀ ਮਾਈ। ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ। ਪਹਿਲਾਂ ਵੀ ਮਾਈ, ਫਿਰ ਅਖੀਰ ਵਿੱਚ ਵੀ ਮਾਈ ਸ਼ਬਦ। ਹੇ ਮੇਰੀ ਮਾਂ, ਹੇ ਮੇਰੀ ਮਾਂ, ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ। ਮੇਰੇ ਪ੍ਰੀਤਮ, ਮੇਰੇ ਰਾਮ ਦੇ ਘਰ ਬਾਰੇ ਮੇਰੀ ਮਾਂ ਮੈਨੂੰ ਦੱਸ। ਇੱਥੇ ਮਾਂ ਦੀ ਉਦਾਹਰਨ ਕਿਉਂ ਦਿੱਤੀ ਹੈ? ਕਿਉਂਕਿ ਛੋਟੇ ਜਿਹੇ ਬੱਚੇ ਅਤੇ ਬਾਲ ਨੂੰ ਮਾਂ ਹੀ ਸਿਖਾਉਂਦੀ ਹੈ। ਜਦ ਬੱਚਾ ਬੋਲਣਾ ਸ਼ੁਰੂ ਕਰਦਾ, ਉਹ ਪਹਿਲਾਂ ਸਿਖਾਉਂਦੀ ਹੈ ਮੰਮਾ, ਮਾਂ ਜਾਂ ਪਾਪਾ, ਡੈਡੀ। ਉਹ ਸਿਖਾਉਂਦੀ ਹੈ ਬੱਚੇ ਨੂੰ। ਅਤੇ ਦਾਦਾ ਦਾਦੀ, ਨਾਨਾ ਨਾਨੀ, ਮਾਮਾ ਮਾਮੀ, ਸਭ ਕੁਝ ਉਹ ਸਿਖਾਉਂਦੀ ਹੈ। ਚਾਚਾ ਚਾਚੀ, ਤਾਇਆ ਤਾਈ, ਸਭ ਕੁਝ ਉਹ ਸਿਖਾਉਂਦੀ ਹੈ ਵੀ ਆਹ ਤੇਰੇ ਇਹ ਰਿਸ਼ਤੇ ਹਨ। ਸਿੱਖ ਉਹ ਬੋਲਣਾ ਸਿੱਖ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਆਹ ਬੰਦੇ ਨੂੰ ਪਾਪਾ ਕਹਿਣਾ। ਔਰਤਾਂ ਹੋਰ ਵੀ ਘਰ ਵਿੱਚ ਫਿਰਦੀਆਂ, ਬੰਦੇ ਹੋਰ ਵੀ ਫਿਰਦੇ ਨੇ। ਮਾਂ ਸਿਖਾ ਦਿੰਦੀ ਹੈ, ਬੁੱਢਾ ਜਿਹੜਾ ਤੇਰਾ ਦਾਦਾ ਹੈ, ਉਸ ਨੂੰ ਦਾਦੂ ਜਾਂ ਦਾਦਾ ਜਾਂ ਬਾਬਾ ਕਹਿੰਦਾ। ਕਿਹਨੇ ਸਿਖਾਇਆ? ਮਾਂ ਨੇ। ਮਾਂ ਦਾ ਸਿਖਾਇਆ। ਰਿਸ਼ਤਿਆਂ ਦੇ ਬਾਰੇ ਜਾਣਨ ਲੱਗ ਪਿਆ। ਹੌਲੀ ਹੌਲੀ ਪਹਿਲਾਂ ਉਸ ਨੂੰ ਸ਼ਬਦ ਸਿਖਾਏ ਗਏ, ਫਿਰ ਉਸ ਨੂੰ ਬਾਅਦ ਵਿੱਚ ਰਿਸ਼ਤੇ ਦੱਸੇ ਗਏ ਵੀ ਇਹ ਰਿਸ਼ਤਾ ਆਹ ਹੁੰਦਾ, ਚਾਚੇ ਦਾ ਰਿਸ਼ਤਾ ਆਹ ਹੁੰਦਾ, ਤਾਏ ਦਾ ਆਹ ਹੁੰਦਾ, ਦਾਦੇ ਦਾ ਆਹ ਹੁੰਦਾ, ਨਾਨਕਿਆਂ ਦਾ ਆਹ ਹੁੰਦਾ, ਸਹੁਰਿਆਂ ਦਾ ਆਹ ਹੁੰਦਾ, ਪੇਕਿਆਂ ਦਾ ਆਹ ਹੁੰਦਾ। ਇਹ ਕੌਣ ਦੱਸਦੀ ਹੈ? ਖਾਸ ਕਰਕੇ ਮਾਂ ਜਾਂ ਬਾਪ ਵੀ। ਅਤੇ ਫਿਰ ਬੱਚਾ, ਅਸੀਂ ਜਿਹੜੇ ਵੀ ਲਫ਼ਜ਼ ਬੋਲਦੇ ਹਾਂ, ਚਾਚਾ ਤਾਇਆ ਕਹਿਣਾ ਸਿੱਖੇ, ਸਾਡੀ ਮਾਂ ਬਾਪ ਨੇ ਸਾਨੂੰ ਸਿਖਾਇਆ ਸਾਰਿਆਂ ਨੂੰ ਪਹਿਲਾਂ। ਬਾਅਦ ਵਿੱਚ ਭਾਵੇਂ ਹੋਰ ਕੁਝ ਸਿਖਾਉਂਦਾ ਰਹੇ, ਪਹਿਲਾਂ ਉਸਨੇ ਸਿਖਾਇਆ। ਅਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਬਾਣੀ ਮੇਰੀ ਮਾਂ ਹੈ, ਗੁਰੂ ਮੇਰੀ ਮਾਂ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਹੇ ਮੇਰੀ ਬਾਣੀ, ਹੇ ਗੁਰੂ ਗ੍ਰੰਥ ਸਾਹਿਬ ਮੇਰੀ ਮਾਂ,
माई मोरो प्रीतम राम बतावो री माई, मैनू दस, मैनू पैदा करने वाला मेरा शौह मालक मेरा पिता कौन है तो कित्थे रहिंदा है। माई मोरो प्रीतम राम बतावो री माई, मैनू मेरा रब मेरा राम मेरा वाहिगुरु दस। तो अपनी वेदना नू प्रगट करते पे ने गुरु रामदास महाराज जी अपनी माँ अगे, बाणी कह लीए अपना गुरु कह लीए ਉਹਦੇ अगे। मैनू दसो क्यों हों हर बिन खिन पल रह ना सकों, जैसे कर हल बेल रजाई। कहते मैं उस हरि तो बिना, मैं उस अपने मालक तो बिना, मैं अपने राम वाहिगुरु तो बिना मैं एक खिन भी जड़ा वो रह नहीं सकता। उन्होंने वेख के मेरा मन खुश होवेगा जां खुश होंदा है। कहते मेरा मन इयों खुश होंदा है जैसे करहल, करहल का मतलब होंदा है ऊठ का बच्चा, ऊठनी का बच्चा जां ऊठ का बच्चा। जैसे करहल बेल रजाई, जिमें उठदा बच्चा बेला नूं देख के कहते खुश होंदा है ना, जां निक्का न्याणा दुध की बोतल नूं देख के खुश होंदा है ना, बच्चे नूं दुध पीना आ जाता थोड़ा थोड़ा। जो माँ उसनूं बोतल फड़ाउंदी आपे ही वो सीधी टेढ़ी करके अपने मूँह दे विच निप्पल पा के ते उहनूं चुंगना शुरू कर दिंदा, खुश होंदा है बोतल नूं देख के। बच्चा दुध नूं देख के बड़ा ही खुश होंदा है, रोंदा चीका मारदा है। तो माँ नूं पता होंदा भी ये क्यों रोंदा है, क्यों चीका मारदा है। जदों उसनूं दुध चुंगण नूं दिता जांदा वो एकदम चुप कर जांदा है, तो जदों वो उसका पेट भर जाता फिर वो हसदा है। ध्यान देना, जदों बच्चे का पेट भर जाता है दुध वो पी लैंदा है, चाहे माँ का पींदा चाहे दूसरा बोतल वाला पींदा, वो पी के बाद विच वो रोंदा नहीं, हसन लग पैंदा। क्यों? क्योंकि उसनूं वो चीज़ जिसकी जरूरत सी वो मिल गई। तो असी अपने मालक दे सारे ही बच्चे हाँ, गुरबाणी साडी माँ है। तो असी भी डिमांड करनी है अपनी माँ तो, अपने पिता बाप बाणी तो पई मंगना मंगन नीका हर जस गुरते मंगना। मैनू भी अपना नाम देहो विसर नाही दातार, अपना नाम देहो गुण गावां दिन रात, नानक चाह एहो। सो जिहड़ा गुरु दा प्यारा हुंदा है वो ये चीज़ मंगदा है, तो जदों उसनूं ये चीज़ मिलनी शुरू हो जाती है वो भी तृप्त होना शुरू हो जाता है। सो गुरु रामदास जी कहते मैं हरि दे नाम तो बिना एक पल नहीं रह सकता, मेरे ते मेहर कर, मैनू ओदी तांग लगी रहिंदी है, मैनू ओदी दर्शन दी प्यास, दर्शन प्यासी दिन स रात, चित वो आनंदन नीत। मैनू नित उस दे चरनां दी, उस दे दर्शनां दी प्यास है। सो हमरा मन बैराग बरकत, बैरागी मतलब बड़ा ही सीरीयस जिहा, जिवें बंदा रोना हक्का जिहा होया हुंदा ना, इस तरह जिवें किसी दे अंदरों रोना निकलदा होवे, खिच खिच, किसी दी खिच रोने दे रूप दे विच बाहर आवे, जां किसी दी खिच बैराग दे रूप दे विच बाहर आवे। सो हमरा मन बैराग, मेरा मन बैराग दे विच है। भगत जी की पंक्ति पढ़ते हैं इत्थे कहते बिरहा बिरहा आखिए बिरहा तू सुल्तान फरीदा, जित तन बिरहो ना उपजै सो तन जान मसान। जिस दे अंदर बिराग नहीं है, जिस दे अंदर बिरहा नहीं है, जिस दे अंदर रोना नहीं है, किहदे लई? संसार लई ते है। ध्यान देना, अपने परिवार लई रोना है, किसी नूं दुख लगे तो रोना है, किसी का विछोड़ा पै जाए परिवार दे विचों रोना है, कि किसी के अंदर ऐसा भी रोना है जिहड़ा अपने मालक तो विछड़ के कदी कला रोया होवे। कदी कदी कला घर बंदा होवे, किसी नूं याद करके कला रोन लग पैंदा है, नुक्कर विच जाके कला मूँह अपने गोडियां हेठ लैके रोन लग पैंदा ना। कदी कदी हो सकता कोई रोया होवे किसी नूं याद करके। क्यों?
क्योंकि उसने महसूस किया भी मैं वो तो दूर हाँ, मैं वो तो विछड़िया होया। तो मालक जी कहते, सच्चे पातशाह जी कहते, कौन है दुनिया दे विच जिहड़ा अपने मालक नूं याद करके भी कदी बिरहा बिराग किया होवे। बहुत जन्म बिछड़े थे माधो, यह जन्म तुम्हारे लिखे। महाराज बहुत चिर हो गए ने, बड़े ही चिर हो गया, बहुते फेर पे किरपन को, अब किश किरपा कीजिए। बड़ी देर हो गई तेन मिलिया नूं, ते काफ़ी समा लंघ गया। महाराज जी हुण मिलो, आओ सजना, हुण देखा दर्शन तेरा राम, मैनू आके मिलो, मेरे मन विच विराग है, मैनू आके मिलो, मैनू आके मिलो। किवें मिलो? आओ साकी प्रमाण ला दिन्ने, कदे कदे सुन लेना चाहिए, बड़ा प्यारा लगता। तरन तारण दे कोल पिंड, उत्थे विआही गई माँ बीबी संती, घर दे विच नितनेम करदी सी। ते जिथे सहुरा परिवार मिलिया, वो गुरु दा प्रेमी नहीं, वो पीरां फकीरां दी सखी सरवरां दी पूजा बंदना करदे हुंदे सी। वो गुरु दे नाल जुड़ी होई विराग बिरहा खिच, वो गुरु दे नाल जुड़ी होई ਵਿਆਹੀ गई उन्होंने घर, जिथे गुरु नानक दे घर की कोई गल नहीं सी, होर ही गल्लां सी, दोष नहीं। जिथे कोई परिवार लगा उत्थे ही अक्सर ये हुंदा, ध्यान देना, अक्सर ये हुंदा जिहड़ी धी विआही जाती है ना, अगे टब्बर जिथे मत्था टेकदा उन्होंने भी नाल लई फिरदे ने। गुस्ताखी माफ, भावें वो चाहुंदी होवे चाहे ना, ध्यान देना। उन्होंने पता नहीं होंदा पहला, जो नवीं विआही जाती है ना, एक साडी धी जां भैन उन्होंने कहती है, विचोलन लागे होंदी है, जां उहदी सੱਸ होंदी है, जां ननाण होंदी है, ये तेरी चाची सੱਸ है, मत्था टेक। वो मत्था टेक देंदी है। ये साडे दूर दी रिश्तेदार च साडी दादी लगदी है, इहनूं मत्था टेक, वो मत्था टेक देंदी। उन्होंने पता नहीं होंदा, उन्होंने पता नहीं होंदा, उन्होंने दस्सिया जांदा है तेरी मामी सੱਸ इहनूं मत्था टेक, ये तेरा मामा सोहरा इहनूं मत्था टेक, वो टेकी जाती है, उन्होंने नहीं पता होंदा। पर जो पता लगता है, वो मिलती है, वरतती है, रिश्तियां दी करवाहट जां मिठास का उन्होंने पता लगता है, फिर उस मुताबक मत्था टेकती है। जे कोई मत्था टेकन दे योग होवे तो टेकदी है, जे अगला बंदा खराब है फिर उसनूं एक बारी तो कहते मत्था टेक देंदी है। जो उसकी असलीयत का पता लग जाता है भी ये तो बंदा चलाक है, ये तो बंदा धोखेबाज है, चाहे कोई है, वो फिर उसनों एकदम मत्था नहीं टेकती, उन्होंने समझ लग जाती है भी कौन अपना ते कौन पराया, पता लग जाता है। ये बीबी विआही गई तो इनू हुण कहंदे ने चल बई चल आ कर, कहंदी दसो, कहंदे भी ये साडे जगह है घर, ते इनू मत्था टेक। वो कहंदी नहीं मैं ते इस तरह नहीं कर सकती, मैं गुरु नानक महाराज जी दी सिख हाँ, मैं बाणी पढ़दी, तुसी जो करना करो, तुहानू मुबारक है, पर मैनू मजबूर ना करो। ध्यान देना, मजबूर ना करो, मजबूर करना भी नहीं चाहिए। ये नहीं भी असी किसी की धी नूं नूंह बना के लियांदी ते उन्नू गुलाम बना लीए अपने विचारां दी। हर एक नूं विचार की आज़ादी है। ध्यान देना, रब नूं मन्नण दी आज़ादी है, कोई रब नूं मन्नण दे लई किसे ते दबा नहीं पा सकता। वो जिस तरह रब नूं मन्नना चाहे, जिद्दां उसनूं संस्कार दिते ने, उसनूं मन्नण दी आज़ादी है, उस ते थोपना नहीं चाहिए। ये पाप हुंदा, ये पाप हुंदा। ते जिसनूं गुरमत मिली होवे वो धन है धी ते भैन। वो कहती भाई मैं नहीं मत्था टेकना, मैं तो गुरु नानक साहब नूं मत्था टेकदी हाँ, मैं तो सतपुरख नूं टेक सकदी हाँ, जिहदे अंदर रब वसदा, गुरु नानक वसदा, उन्होंने मत्था टेक सकदी हाँ। पर मैं मड़े मसान ना जाई, बाणी विच भी लिखिया, मैं उत्थे नहीं जा सकती। को बतान को पूजता है पस, को मरतान को पूजन धायो, कूर किरिया उर्जो सब ही जग श्री भगवान को भेद ना पायो। मैं नहीं जाना उत्थे, मैं बाणी पढ़नी है।
ਉਹਦਾ ਸਹੁਰਾ ਪਰਿਵਾਰ ਕਹਿੰਦਾ ਜੇ ਤੂੰ ਬਾਣੀ ਪੜ੍ਹੇਗੀ ਤਾਂ ਅਸੀਂ ਤੇਰਾ ਵਿਰੋਧ ਕਰਾਂਗੇ, ਫਿਰ ਤੂੰ ਇੱਥੇ ਵਸੇਂਗੀ ਨਹੀਂ। ਉਹ ਕਹਿੰਦੀ ਉਹਦੇ ਬਾਅਦ ਦੀ ਗੱਲ ਹੈ, ਕਿਉਂਕਿ ਉਹ ਪੂਰਨ ਤੌਰ 'ਤੇ ਮਹਾਰਾਜ ਨਾਲ ਜੁੜੀ ਹੋਈ ਇਸਤਰੀ ਸੀ, ਔਰਤ ਸੀ। ਉਹ ਕਹਿੰਦੀ ਤੁਸੀਂ ਜੋ ਮਰਜ਼ੀ ਕਰੋ, ਮੈਂ ਆਪਣੇ ਗੁਰੂ ਨਾਨਕ ਮਹਾਰਾਜ ਜੀ ਦੀ ਯਾਦ ਨੂੰ ਵਿਸਾਰ ਨਹੀਂ ਸਕਦੀ, ਉਹਨਾਂ ਦਾ ਮੈਂ ਨਾਮ ਕਦੇ ਵੀ ਛੱਡ ਨਹੀਂ ਸਕਦੀ, ਉਹਨਾਂ ਦੀ ਬਾਣੀ ਨੂੰ ਮੈਂ ਪੜ੍ਹਨ ਤੋਂ ਕਦੇ ਵੀ ਹਟ ਨਹੀਂ ਸਕਦੀ। ਤੁਹਾਡੀ ਮਰਜ਼ੀ ਹੈ, ਤੁਸੀਂ ਜੋ ਮੈਨੂੰ ਮਤਲਬ ਸਜ਼ਾ ਦੇਣੀ ਹੈ ਦੇ ਦਿਓ। ਕਹਿੰਦੇ ਵੀ ਉਹ ਪਿੰਡ ਵਾਲੇ ਸ਼ਰੀਕ ਇਕੱਠੇ ਹੋਏ ਅਤੇ ਉਹਨਾਂ ਨੇ ਕਿਹਾ ਭਈ ਇਹਦਾ ਬਾਈਕਾਟ ਕਰੋ, ਨਹੁੰ ਦਾ ਬਾਈਕਾਟ ਕਰੋ, ਇਹ ਸਾਡਾ ਕਹਿਣਾ ਨਹੀਂ ਮੰਨਦੀ, ਜਿੱਦਾਂ ਅਸੀਂ ਕਹਿੰਦੇ ਉੱਦਾਂ ਨਹੀਂ ਮੰਨਦੀ। ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਨਹੁੰ ਗੁਲਾਮ ਨਹੀਂ ਹੁੰਦੀ। ਚਾਹੇ ਸਾਡੀ ਧੀ ਕਿਸੇ ਦੇ ਘਰ ਵਿਆਹ ਕੇ ਜਾਏ, ਕਿਸੇ ਦੀ ਧੀ ਸਾਡੇ ਘਰ ਆਏ, ਉਹਨੂੰ ਤੇ ਗੁਲਾਮ ਬਣਾਉਣ ਦੇ ਵਿੱਚ ਇਨਸਾਨ ਬੜੀ ਖੁਸ਼ੀ ਮਹਿਸੂਸ ਕਰਦਾ। ਮੇਰੇ ਮੁਤਾਬਕ ਚੱਲੇ, ਜਿੱਥੇ ਮੈਂ ਕਮਾਂ ਉੱਥੇ ਮੱਥਾ ਟੇਕ ਕੇ ਜੋ ਮੈਂ ਕਮਾਓ ਹੋਵੇ। ਜੇ ਸਾਡੀ ਧੀ ਕੋਲੋਂ ਕੋਈ ਉਹਦੇ ਸਹੁਰੇ ਘਰ ਕਰਾਵੇ ਇਸ ਤਰ੍ਹਾਂ, ਫਿਰ ਬੜਾ ਦੁੱਖ ਹੁੰਦਾ। ਫਿਰ ਅਸੀਂ ਕਹਿੰਦੇ ਹਾਂ ਨਹੀਂ ਨਹੀਂ, ਤੂੰ ਉੱਦਾਂ ਹੀ ਕਰਨਾ ਜਿੱਦਾਂ ਤੇਰਾ ਦਿਲ ਕਰਦਾ ਹੈ। ਪਰ ਇਸ ਤਰ੍ਹਾਂ ਨਹੁੰ ਨੂੰ ਬਹੁਤ ਘੱਟ ਕਿਹਾ ਜਾਂਦਾ ਵੀ ਉਸ ਤਰ੍ਹਾਂ ਕਰ ਜਿਵੇਂ ਤੇਰਾ ਦਿਲ ਕਰਦਾ ਹੈ। ਫਰਕ ਹੈ ਨਾ, ਜੇ ਫਰਕ ਹੈ ਤਾਂ ਤੈਨੂੰ ਵੀ ਬਾਪ ਸਮਝਣ ਵਿੱਚ ਅਤੇ ਮਾਂ ਸਮਝਣ ਵਿੱਚ ਉਹਦੇ ਅੰਦਰ ਫਰਕ ਪੈਦਾ ਹੋਏਗਾ। ਜੇ ਤੂੰ ਨੂੰਹ ਨੂੰ ਧੀ ਸਮਝਣ ਵਿੱਚ ਫਰਕ ਰੱਖ ਰਿਹਾ ਹੈ ਅਤੇ ਫਿਰ ਨੂੰਹ ਵੀ ਆਪਣੇ ਉਸ ਸੱਸ ਸਹੁਰੇ ਨੂੰ ਮਾਂ ਬਾਪ ਸਮਝਣ ਵਿੱਚ ਫਰਕ ਰੱਖੇਗੀ। ਇਹ ਇੱਕੋ ਵਰਗਾ ਹੀ ਚੱਲਦਾ ਦੋਨਾਂ ਪੱਖੋਂ। ਜੇ ਨੂੰਹ ਧੀ ਵਾਲਾ ਫਰਜ਼ ਅਦਾ ਨਹੀਂ ਕਰਦੀ ਅਤੇ ਫਿਰ ਉਹਦਾ ਸੱਸ ਸਹੁਰਾ ਵੀ ਉਸ ਨੂੰ ਆਪਣੀ ਧੀ ਵਾਂਗੂ ਨਹੀਂ ਦੇਖੇਗਾ। ਦੋਨਾਂ ਵੱਲੋਂ ਹੀ ਬਰਾਬਰ ਜ਼ਿੰਮੇਵਾਰੀ ਹੈ। ਸੋ ਕਹਿੰਦੇ ਇਹਦਾ ਬਾਈਕਾਟ ਕਰੋ, ਇਹਨੂੰ ਕੱਢੋ ਪਿੰਡੋਂ ਬਾਹਰ। ਉਹਦੇ ਘਰ ਵਾਲੇ ਨੂੰ ਵੀ ਹੁਣ ਵਿਚਾਰਾ ਘਰ ਵਾਲਾ ਕੀ ਕਰੇ, ਉਹ ਤਾਂ ਫਸ ਜਾਂਦਾ, ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਅਤੇ ਉਹਨਾਂ ਨੂੰ ਵੱਖ ਕਰ ਦਿੱਤਾ ਗਿਆ। ਕਹਿੰਦੇ ਇਹਨਾਂ ਨਾਲ ਕੋਈ ਲੈਣ ਦੇਣ ਨਾ ਕਰੋ, ਇਹਨਾਂ ਨੂੰ ਕੋਈ ਆਪਣੇ ਵਿਆਹ ਸ਼ਾਦੀ 'ਤੇ ਨਾ ਮੰਗਾਓ, ਇਹਨਾਂ ਦਾ ਬਾਈਕਾਟ ਕਰੋ। ਉਹਨਾਂ ਨੂੰ ਬਾਈਕਾਟ ਕਰ ਦਿੱਤਾ। ਕਿਉਂ ਕੀਤਾ? ਕਿਉਂਕਿ ਉਹ ਸੱਚ ਦੇ ਨਾਲ ਜੁੜੇ ਸਨ ਜਾਂ ਜੁੜਨਾ ਚਾਹੁੰਦੇ ਸਨ। ਦੁਨੀਆ ਵਿੱਚ ਬੰਦਾ ਮਨਾ ਕੇ ਖੁਸ਼ ਹੁੰਦਾ, ਮੰਨ ਕੇ ਨਹੀਂ। ਧਿਆਨ ਦੇਣਾ, ਪਰਿਵਾਰ ਵਿੱਚ ਜੇ 5 ਜੀ ਨੇ, 5 ਕਹਿੰਦੇ ਨੇ ਮਨਾਉਣਾ ਹੈ। ਲੜਾਈ ਕਾਹਦੀ ਹੈ ਘਰਾਂ ਵਿੱਚ? ਮੇਰੀ ਮਨ। ਘਰਾਂ ਦੇ ਵਿੱਚ ਲੜਾਈ ਕਾਹਦੀ ਹੋ ਰਹੀ ਹੈ? ਕਲੇਸ਼ ਕਾਹਦੇ ਨੇ? ਹਰ ਕੋਈ ਚਾਹੁੰਦਾ ਮੇਰੀ ਮਰਜ਼ੀ ਚੱਲੂ। ਨਿਆਣਾ ਥੋੜ੍ਹਾ ਜਿਹਾ ਵੱਡਾ ਹੁੰਦਾ, ਉਹ ਵੀ ਆਪਣੀ ਮਨਮਰਜ਼ੀ ਕਰਦਾ। ਨੌਜਵਾਨ ਹੁੰਦਾ, ਉਹ ਚੁੱਪ ਕਰਕੇ ਅਲਮਾਰੀ 'ਚੋਂ ਪੈਸੇ ਕੱਢਦਾ ਅਤੇ ਪੈਟਰੋਲ ਪਾਉਂਦਾ ਅਤੇ ਨਿਕਲ ਜਾਂਦਾ। ਮੇਰੀ ਆਪਣੀ ਮਨ ਦੀ ਮਰਜ਼ੀ, ਆਪਣੀ ਪਸੰਦ ਦਾ ਪਾਣਾ, ਆਪਣੀ ਪਸੰਦ ਦਾ ਖਾਣਾ। ਮਾਂ ਬਾਪ ਮਨਾ ਕਰਦੇ ਨੇ, ਉਹ ਨਹੀਂ ਖਾਣਾ, ਨਹੀਂ ਹਟਦਾ, ਨਹੀਂ ਹਟਦੀਆਂ। ਜਦੋਂ ਮਨ ਮਰਜ਼ੀ ਸਾਰਾ ਪਰਿਵਾਰ ਕਰਨ ਲੱਗ ਜਾਵੇ ਅਤੇ ਉੱਥੇ ਫਿਰ ਉਹ ਇਤਫਾਕ ਜਿਹਨੂੰ ਕਹਿੰਦੇ ਨੇ, ਏਕਤਾ, ਉਹ ਨਹੀਂ ਰਹਿੰਦਾ। ਚਾਹੇ ਬੱਚੇ ਹੋਣ, ਚਾਹੇ ਨੌਜਵਾਨ ਹੋਣ, ਚਾਹੇ ਧੀਆਂ ਹੋਣ, ਚਾਹੇ ਨੂੰਹਾਂ ਹੋਣ, ਕੋਈ ਵੀ ਹੋਵੇ। ਪੁਰਾਣਾ ਜ਼ਮਾਨਾ ਪੜ੍ਹੀ ਦਾ, ਚਲੋ ਸਾਡੀ ਵੀ ਉਮਰ ਹੈ ਜਿੰਨੀ ਕੁ ਅਸੀਂ ਆਪਣੇ ਹਿਸਾਬ ਨਾਲ ਵੀ ਦੇਖਿਆ ਵੀ ਬਜ਼ੁਰਗ ਇੱਕ ਘਰ ਦਾ ਜਿਹੜਾ ਹੁੰਦਾ ਸੀ ਉਹ ਮੁਖੀ ਹੁੰਦਾ ਸੀ, ਉਹਦੇ ਮੁਤਾਬਕ ਸਾਰੇ ਚੱਲਦੇ ਸੀ। ਉਹਦੀ ਸਲਾਹ ਚਾਹੇ ਸਹੀ ਚਾਹੇ ਗਲਤ। ਉਹਨੂੰ ਕਹਿੰਦੇ ਸੀ ਲਾਲਾ ਜੀ ਬਾਪੂ ਜੀ ਠੀਕ ਹੈ। ਨੂੰਹ ਹੋਵੇ ਇੱਕਦਮ ਮੰਨਦੀ ਸੀ, ਧੀ ਹੋਵੇ ਵੀ ਮੰਨਦੀ ਸੀ, ਪੁੱਤਰ ਵੀ ਮੰਨਦਾ ਸੀ। ਹੁਣ ਜ਼ਮਾਨਾ ਇਹ ਹੈ, ਵੈਸੇ ਗੁਰੂ ਨਾਨਕ ਮਹਾਰਾਜ ਨੇ ਬਾਣੀ ਦੇ ਵਿੱਚ ਲਿਖ ਦਿੱਤਾ ਵੀ ਚੇਲੇ ਸਾਜ਼ ਵਜਾਉਂਦੇ, ਗੁਰੂ ਨੂੰ ਨਚਾਉਂਦੀ ਹੈ ਦੁਨੀਆ ਅੱਜ ਕੱਲ੍ਹ। ਚੇਲੇ ਸਾਜ਼ ਬੰਦੇ ਕਹਿੰਦਾ ਨੱਚ ਤੂੰ ਮੇਰੇ ਅੱਗੇ ਅੱਗੇ। ਹੁਣ ਜਿਹੜੇ ਬੱਚੇ ਹਨ ਉਹ ਸਲਾਹ ਦਿੰਦੇ ਨੇ ਵੀ ਬਾਪੂ ਇੰਝ ਕਰਨਾ ਹੈ। ਅੱਗੇ ਬਾਪੂ ਸਲਾਹ ਦਿੰਦਾ ਸੀ, ਧੀਓ ਪੁੱਤਰੋ ਸਾਰਿਆਂ ਨੂੰ ਮਾਰ ਕੇ ਆਵਾਜ਼ ਬੁਲਾ ਲੈਂਦਾ ਸੀ। ਸਾਰੇ ਵਿਹੜੇ 'ਚ ਇਕੱਠੇ ਹੋ ਕੇ ਮੰਜਿਆਂ 'ਤੇ ਬਹਿ ਕੇ ਆਪਣੀ ਸਲਾਹ ਦਿੰਦਾ ਸੀ। ਉਹ ਇੱਕ ਹੁਕਮ ਵੀ ਹੁੰਦਾ ਸੀ, ਉਸ ਨੂੰ ਮੰਨਿਆ ਜਾਂਦਾ ਸੀ। ਪਰ ਹੁਣ ਉਹ ਰੌਲਾ ਪਾਉਂਦਾ ਰਹਿੰਦਾ ਹੈ, ਧਿਆਨ ਦੇਣਾ, ਅਤੇ ਉਹ ਆਪਣੀ ਮਨ ਮਰਜ਼ੀ ਦੇ ਨਾਲ ਸਭ ਕੁਝ ਕਰਦੇ। ਨਿਆਣੇ ਵੀ ਆਪਣੀ ਮਨ ਮਰਜ਼ੀ, ਵੱਡੇ ਵੀ ਜਵਾਨ ਵੀ ਆਪਣੀ ਮਨ ਮਰਜ਼ੀ ਦੇ ਨਾਲ ਮਾਰ ਜਾਂਦੇ ਨੇ, ਮਨ ਮਰਜ਼ੀ ਦੇ ਨਾਲ ਰਾਤਾਂ ਰਹਿੰਦੇ ਨੇ, ਮਨ ਮਰਜ਼ੀ ਨਾਲ ਖਾਂਦੇ ਨੇ, ਮਨ ਮਰਜ਼ੀ ਨਾਲ ਪਹਿਨਦੇ ਨੇ, ਮਨ ਮਰਜ਼ੀ ਨਾਲ ਖਰਚੇ ਕਰਦੇ ਨੇ। ਕੋਈ ਬਜਟ ਨਹੀਂ, ਕੋਈ ਕੁਛ ਨਹੀਂ, ਅਤੇ ਫਿਰ ਕਰਜ਼ੇ ਲਾਉਂਦੇ ਨੇ। ਇਸੇ ਤਰ੍ਹਾਂ ਹੀ ਹੈ ਨਾ ਅੱਜ ਦਾ ਜ਼ਮਾਨਾ। ਮਨ ਮਰਜ਼ੀ, ਆਪਣੀ ਮਨ ਮਰਜ਼ੀ ਕਰਕੇ ਕਲੇਸ਼ ਪੈਂਦਾ। ਜੇ ਇੱਕ ਦੀ ਸਾਰਾ ਟੱਬਰ ਮੰਨੇ ਤਾਂ ਕਲੇਸ਼ ਕਿਉਂ ਪਵੇ?
ਨਿਆਣੇ ਮਨ ਮਰਜ਼ੀ ਕਰਦੇ ਨੇ। ਉਹ ਕਹਿੰਦੇ ਇੰਨੀ ਮਹਿੰਗੀ ਚੀਜ਼ ਲੈਣੀ ਲੈਣੀ। ਉਹਨੇ ਵੀ ਆਹ ਕੰਪਨੀ ਦੇ ਬੂਟ ਲਏ ਅਤੇ ਮੈਂ ਵੀ 2000 ਵਾਲੇ ਲੈਣੇ ਨੇ, 500 'ਚ ਸਰ ਜਾਂਦਾ। ਪਰ ਕਹਿੰਦਾ ਨਹੀਂ, ਉਹੀ ਲੈਣੇ ਨੇ ਜਿਹੜੇ ਮੈਂ ਮੇਰੇ ਮਿੱਤਰ ਨੇ ਲਏ ਨੇ। ਮਨ ਮਰਜ਼ੀ 'ਚ ਫਿਰ ਬਜਟ ਵੀ ਖਰਾਬ, ਘਰੇਲੂ ਸਥਿਤੀ ਵੀ ਖਰਾਬ। ਅਤੇ ਇਹਨਾਂ ਨੂੰ ਕਹਿੰਦੇ ਬਾਹਰ ਕੱਢ ਦਿੱਤਾ ਪਿੰਡ 'ਚੋਂ ਅਤੇ ਆਪਣੇ ਬਾਹਰ ਰਹਿਣ ਲੱਗ ਪਏ। ਪਰ ਉਸ ਧੀ ਨੇ, ਨੂੰਹ ਨੇ ਗੁਰੂ ਨਾਨਕ ਦਾ ਪੱਲਾ ਨਹੀਂ ਛੱਡਿਆ। ਹਾਬੇ ਸਾਵ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲੱਗ ਗਏ। ਉਹਨੇ ਪੱਲਾ ਨਹੀਂ ਛੱਡਿਆ ਰੱਬ ਦਾ। ਅਤੇ ਉਹਦੇ ਘਰ ਪੁੱਤਰ ਵੀ ਜੰਮ ਪਿਆ, ਪੈਦਾ ਹੋ ਗਿਆ। ਘਰ ਵਾਲੇ ਦੀ ਮੌਤ ਹੋ ਗਈ ਅਤੇ ਹੁਣ ਮਾਂ ਅਤੇ ਪੁੱਤ ਰਹਿ ਗਏ। ਪੁੱਤ ਦੇ ਸਹਾਰੇ ਮਾਂ ਜੀਵਨ ਗੁਜ਼ਾਰ ਰਹੀ ਹੈ। ਗੁਰੂ ਨਾਨਕ ਦੇ ਨਾਲ ਬਹੁਤ ਜੁੜੀ ਹੋਈ ਹੈ। ਗੁਰੂ ਨਾਨਕ ਹੀ ਉਸ ਦਾ ਸਭ ਕੁਛ ਹੈ। ਜਿਹਦਾ ਕੋਈ ਨਹੀਂ ਨਾ ਹੁੰਦਾ, ਉਹਦਾ ਰੱਬ ਹੁੰਦਾ। ਜਿਸ ਦਾ ਕੋਈ ਨਹੀਂ ਨਾ ਹੁੰਦਾ, ਜਿਸ ਦਿਨ ਸਾਰੇ ਜਵਾਬ ਦਿੰਦੇ ਨਾ, ਉਦਣ ਵੀ ਤਾਂ ਰੱਬ ਹੀ ਹੁੰਦਾ। ਜਿਸ ਦਿਨ ਬੰਦਾ ਬਹੁਤ ਦੁਖੀ ਹੁੰਦਾ, ਇੱਕ ਦਿਨ ਕਹਿ ਦਿੰਦਾ, ਜਿਉਂਦੇ ਜੀ ਹੁੰਦੇ ਨੇ ਸਾਰੇ ਹੀ ਤੁਰੇ ਫਿਰਦੇ ਨੇ, ਔਰ ਰੋ ਕੇ ਕਹਿੰਦਾ ਮੇਰਾ ਕੋਈ ਨਹੀਂ ਇੱਥੇ। ਜਿਉਂਦੇ ਜੀ ਵੀ ਕਈ ਵਾਰ ਸਾਸ ਦੁਨੀਆ ਕਰਾ ਦਿੰਦੀ ਆ, ਰਵਾਉਂਦੀ ਇੰਨਾ ਵੀ ਬੰਦੇ ਨੂੰ ਕਹਿਣਾ ਪੈਂਦਾ ਮੇਰਾ ਕੋਈ ਨਹੀਂ, ਔਰ ਰੱਬਾ ਇੱਥੇ। ਰੱਬ ਫਿਰ ਵਿੱਚ ਆਉਂਦਾ। ਇਸ ਕਰਕੇ ਜਿਸ ਰੱਬ ਨੇ ਕੱਲ੍ਹ ਨੂੰ ਵੀ ਆਪਣਾ ਬਣਨਾ, ਇਹਨੂੰ ਅੱਜ ਹੀ ਬਣਾ ਲਿਆ ਜਾਏ। ਉਹਨੂੰ ਅੱਜ ਹੀ ਆਪਣਾ ਪਤੀ, ਆਪਣਾ ਪਿਤਾ, ਆਪਣਾ ਮਾਲਕ ਬਣਾ ਲਿਆ ਜਾਏ। ਜਿਸ ਨੂੰ ਕੱਲ੍ਹ ਵੀ ਕਹਿਣਾ ਹਾਏ ਰੱਬਾ, ਉਹਨੂੰ ਅੱਜ ਹੀ ਕਹਿ ਦਈਏ ਹਾਏ ਮੇਰੇ ਰੱਬ, ਤੂੰ ਹੀ ਹੈ ਮੇਰਾ ਸਭ ਕੁਛ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਉ ਬਲ ਜਾਏ ਜਿਉ। ਇਹ ਆਪਣੇ ਬੱਚੇ ਨੂੰ ਹੁਣ ਪਾਲਣਾ ਪੋਸ਼ਣਾ, ਚੰਗੇ ਸੰਸਕਾਰ ਦਿੰਦੀ ਹੈ। ਬਾਣੀ ਸੁਣਾਉਂਦੀ ਹੈ ਆਪਣੇ ਨਿਆਣੇ ਨੂੰ, ਬੱਚੇ ਨੂੰ ਗੋਦੀ ਵਿੱਚ। ਛੋਟੇ ਨੂੰ ਉਹਦਾ ਬਚਪਨ ਹੋਇਆ, ਉਹਨੂੰ ਬਾਣੀ ਸਿਖਾਉਂਦੀ ਹੈ, ਪੜ੍ਹਨੀ ਬੋਲਣੀ। ਉਸ ਨੂੰ ਸੰਸਕਾਰ ਦਿੰਦੀ ਹੈ ਚੰਗੇ। ਅਤੇ ਜਿਸ ਸਮੇਂ ਦੀ ਇਹ ਗੱਲ ਹੈ, ਉਸ ਸਮੇਂ ਤਖਤ 'ਤੇ ਬੈਠੇ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਗੁਰੂ ਹਰਗੋਬਿੰਦ ਮਹਾਰਾਜ। ਇਹ ਬੱਚਾ ਜਵਾਨ ਹੋਣਾ ਸ਼ੁਰੂ ਹੋ ਗਿਆ। ਇਹ ਵਾਹੀ ਦਾ ਕੰਮ ਕਰਨ ਲੱਗ ਪਿਆ। ਢੱਗੇ ਬੌਲਦ ਲੈ ਲਏ, ਵਾਹੀ ਕਰਨ ਲੱਗ ਪਿਆ, ਹੱਲ ਵਾਹਣ ਲੱਗ ਪਿਆ। ਇਹ ਪੈਲੀਆਂ ਨੂੰ ਜਾਇਆ ਕਰੇ ਅਤੇ ਨਾਲ ਨਾਮ ਜਪਦਾ ਜਾਏ, ਨਾਮ ਜਪੀ ਜਾਏ, ਬਾਬੇ ਨਾਨਕ ਦੀ ਬਾਣੀ ਪੜ੍ਹੀ ਜਾਏ। ਅਤੇ ਆਪਣੀ ਮਾਂ ਨੂੰ ਕਹਿੰਦਾ ਜਿਸ ਗੁਰੂ ਨਾਨਕ ਮਹਾਰਾਜ ਜੀ ਦੀ ਤੂੰ ਬਾਣੀ ਪੜ੍ਹਦੀ ਹੈ, ਉਹਦੇ ਘਰ 'ਤੇ ਮੈਨੂੰ ਕਦੀ ਲੈ ਕੇ ਨਹੀਂ ਗਈ, ਉਹਦੇ ਦਰਸ਼ਨ 'ਤੇ ਕਦੀ ਮੈਨੂੰ ਕਰਾਏ ਨਹੀਂ। ਉਹ ਕਹਿੰਦੀ ਵੀ ਗੁਰੂ ਨਾਨਕ ਇਸ ਵੇਲੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਰੂਪ ਦੇ ਵਿੱਚ ਨੇ, ਅਤੇ ਜਿਹੜਾ ਉਹਨਾਂ ਨੂੰ ਸੱਚੇ ਮਨ ਨਾਲ ਪੁੱਤਰ ਯਾਦ ਕਰਦਾ, ਗੁਰੂ ਉਹਨੂੰ ਦਰਸ਼ਨ ਵੀ ਦਿੰਦੇ ਨੇ। ਉਹ ਵੀ ਭੋਲੀ ਸੀ ਅਤੇ ਬੱਚਾ ਵੀ ਭੋਲਾ। ਮਹਾਰਾਜ ਉਸ ਨੂੰ ਦਰਸ਼ਨ ਆਪ ਦਿੰਦੇ ਨੇ। ਅੰਦਰੋਂ ਯਾਦ ਕੀਤਾ ਜਾਏ ਪ੍ਰੇਮ ਦੇ ਨਾਲ। ਸ਼ਬਦ ਚੱਲ ਰਿਹਾ ਸੀ, ਇੱਥੋਂ ਹੀ ਪ੍ਰਮਾਣ ਆਇਆ, ਹਮਰਾ ਮਨ ਬੈਰਾਗ ਬਿਰਕਤ ਭਿਓ ਹਰ ਦਰਸ਼ਨ ਮੀਤ ਕਹਿਤਾਈ। ਅਤੇ ਉਹਨੂੰ ਯਾਦ ਪੁੱਤ ਕਰਿਆ ਕਰ, ਉਹ ਆਪ ਆ ਜਾਣਗੇ। ਕਿਉਂਕਿ ਉਸ ਸਮੇਂ ਵਿੱਚ ਪੈਦਲ ਜਾਣਾ, ਦੂਰ ਜਾਣਾ ਔਖਾ ਥੋੜ੍ਹਾ ਹੁੰਦਾ ਸੀ। ਅਤੇ ਤੂੰ ਯਾਦ ਕਰਿਆ ਕਰ, ਤੈਨੂੰ ਦਰਸ਼ਨ ਹੋ ਜਾਣਗੇ ਮੀਰੀ ਪੀਰੀ ਦੇ ਮਾਲਕ ਦੇ। ਨਾਮ ਕੀ ਇਹਦਾ ਬੱਚੇ ਦਾ? ਪੱਲਾ। ਪੁੱਤ ਤੂੰ ਯਾਦ ਕਰਿਆ ਕਰ 6ਵੇਂ ਪਾਤਸ਼ਾਹ ਨੂੰ। ਗੁਰ ਕੀ ਮੂਰਤ ਮਨ ਮੈਂ ਧਿਆਨ, ਉਸ ਦਾ ਸ਼ਬਦ ਰੂਪ ਦੇ ਵਿੱਚ ਉਹਨੂੰ ਯਾਦ ਕਰਿਆ ਕਰ, ਉਹ ਤੈਨੂੰ ਦਰਸ਼ਨ ਜ਼ਰੂਰ ਦੇਣਗੇ। ਅੱਛਾ ਆਉਂਦੇ ਨੇ ਉਹ? ਹਾਂ। ਤੁਮ ਘਰ ਆਵੋ ਮੇਰੇ ਮੀਤ। ਸਤਿਗੁਰ ਆਉਂਦਾ, ਜ਼ਰੂਰ ਆਉਂਦਾ। ਕਦੀ ਵੀ ਨਹੀਂ ਹੁੰਦਾ ਵੀ ਜ਼ਿੰਦਗੀ ਵਿੱਚ ਉਸਨੇ ਯਾਦ ਕੀਤਾ ਹੋਵੇ ਇਨਸਾਨ ਨੇ, ਉਹ ਆਵੇ ਨਾ, ਉਹ ਆਉਂਦਾ। ਭਾਵੇਂ ਕਿਸੇ ਰੂਪ ਦੇ ਵਿੱਚ ਆਵੇ, ਇਹ ਵੱਖਰੀ ਗੱਲ ਹੈ। ਕਿਸੇ ਕੋਲ ਪਛਾਣਨ ਦੀ ਅੱਖ ਹੋਵੇ ਜਾਂ ਨਾ ਹੋਵੇ। ਧਿਆਨ ਦੇਣਾ, ਰੱਬ ਪੁੱਤ ਦੇ ਰੂਪ ਵਿੱਚ ਵੀ ਆ ਜਾਂਦਾ, ਰੱਬ ਪਿਓ ਦੇ ਰੂਪ ਵਿੱਚ ਆ ਜਾਂਦਾ। ਧਿਆਨ ਦੇਣਾ, ਮਹਿਤਾ ਕਾਲੂ ਦੇ ਘਰ ਪੁੱਤਰ ਦੇ ਰੂਪ ਵਿੱਚ ਆਇਆ। ਹੁਣ ਪਿਓ ਸਮਝੀ ਜਾਵੇ ਲੈ ਪੁੱਤ ਥੋੜ੍ਹਾ ਰੱਬ ਹੁੰਦਾ। ਪੁੱਤ ਵੀ ਰੱਬ ਹੋ ਸਕਦਾ, ਪਿਓ ਵੀ ਰੱਬ ਹੋ ਸਕਦਾ, ਦੋਵੇਂ ਰੱਬ ਨੇ। ਇਹ ਆਪਣੀ ਸੋਚ 'ਤੇ ਡਿਪੈਂਡ ਕਰਦਾ। ਪਿਓ ਨੂੰ ਇਹ ਨਹੀਂ ਸਮਝਣਾ ਚਾਹੀਦਾ ਮੇਰਾ ਪੁੱਤਰ ਮੇਰਾ ਇਕੱਲਾ ਪੁੱਤਰ ਹੀ ਹੈ। ਉਹ ਰੱਬ ਵੀ ਹੋ ਸਕਦਾ, ਉਹ ਭਗਤ ਵੀ ਹੋ ਸਕਦਾ, ਸੰਤ ਵੀ ਹੋ ਸਕਦਾ, ਸਾਧੂ ਵੀ, ਸੂਰਮਾ ਵੀ ਹੋ ਸਕਦਾ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਭਗਤ ਹੈ, ਸੂਰਮਾ। ਪਿਓ ਨਹੀਂ ਹੈ। ਕਈ ਥਾਈਂ ਪਿਓ ਹੈ, ਪੁੱਤਰ ਨਹੀਂ ਹੈ। ਧਿਆਨ ਦੇਣਾ, ਪ੍ਰਿਥਵੀ ਚੰਦ ਪੁੱਤਰ ਹੈ, ਪਿਓ ਗੁਰੂ ਹੈ। ਪਿਓ ਗੁਰੂ ਹੈ ਅਤੇ ਪੁੱਤਰ ਨਹੀਂ ਹੈ। ਅਤੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ, ਉਹ ਰੱਬ ਨੇ। ਪ੍ਰਿਥਵੀ ਚੰਦ ਭਾਵੇਂ ਭਰਾ ਹੈ, ਉਹ ਰੱਬ ਨਹੀਂ। ਇੱਧਰ ਪੁੱਤਰ ਗੁਰੂ ਅਰਜਨ ਦੇਵ ਰੱਬ ਨੇ, ਪਰ ਪ੍ਰਿਥਵੀ ਚੰਦ ਰੱਬ ਨਹੀਂ ਹੈ। ਕਿਉਂ? ਸੋਚ ਦੇ ਨਾਲ।
शेष ने अपने बच्चे ਨੂੰ ਸੰਸਕਾਰ ਦਿੱਤੇ ਵੀ ਤੂੰ ਉਹਨਾਂ ਨੂੰ ਯਾਦ ਕਰਿਆ ਕਰੋ, ਤੇਰੇ ਕੋਲ ਜ਼ਰੂਰ ਆਉਣਗੇ। ਸੋ ਸਮਾਂ ਬੀਤਦਾ ਗਿਆ। ਇਹਦੇ ਮਨ ਦੇ ਵਿੱਚ ਫਿਰ ਵਿਰਾਗ ਹੌਲੀ ਹੌਲੀ ਆਉਣਾ ਸ਼ੁਰੂ ਹੋ ਗਿਆ। ਅੱਖੀਆਂ ਦੇ ਵਿੱਚੋਂ ਇਹਦੇ ਨੀਰ ਵਗਣ ਲੱਗ ਪਿਆ, ਕਦੀ ਕਦੀ ਰੋਣਾ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਇਸ ਦੇ ਅੰਦਰ ਇੰਨੀ ਬੇਦਨਾ ਭਾਵਨਾ ਪੈਦਾ ਹੋ ਗਈ ਭਾਈ ਪੱਲੇ ਦੇ। ਇਹ ਰੋਂਦਾ ਹੁੰਦਾ ਰਹਿੰਦਾ ਇਕੱਲਾ, ਵਿਰਾਗ ਕਰਦਾ ਰਹਿੰਦਾ ਹੁੰਦਾ ਸੀ। ਤੇ ਫਿਰ ਇੱਕ ਦਿਨ ਪੈਲੀ ਦੇ ਵਿੱਚ ਹਲ ਚਲਾ ਰਿਹਾ, ਬੜੀ ਜ਼ਿਆਦੀ ਧੁੱਪ ਹੈ, ਬੜੀ ਤੱਤੀ ਹਵਾ ਵਗਦੀ ਪਈ ਹੈ। ਇਹ ਹਲ ਚਲਾਉਂਦੇ ਚਲਾਉਂਦੇ ਤੇ ਵਾਹਵਾ ਦਿਨ ਬੀਤ ਗਏ ਵੀ ਗੁਰੂ ਸਾਹਿਬ ਕਿੰਨੇ ਦਿਨ ਹੋ ਗਏ ਨੇ ਯਾਦ ਕਰਦੇ ਇਹਨੂੰ, ਕੋਈ ਦਰਸ਼ਨ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਦਿਲ ਬੜਾ ਕਰਦਾ ਦਰਸ਼ਨ ਕਰਨ ਨੂੰ। ਇਹਦੇ ਅੰਦਰ ਇੰਨਾ ਪ੍ਰੇਮ ਤੇ ਬੈਰਾਗ ਜਾਗਿਆ ਵੀ ਇਹ ਧਿਆਨ ਦੇਣਾ, ਜਦੋਂ ਕਿਸੇ ਦੇ ਅੰਦਰ ਬਹੁਤ ਜ਼ਿਆਦਾ ਖਿੱਚ ਪੈਂਦੀ ਹੈ, ਤੁਸੀਂ ਦੇਖਣਾ ਕਈ ਵਾਰ ਬੰਦਾ ਬੇਹੋਸ਼ ਵੀ ਹੋ ਜਾਂਦਾ ਵਿਛੋੜੇ ਦੇ ਵਿੱਚ। ਵਿਛੋੜੇ ਦੇ ਵਿੱਚ ਕਈ ਵਾਰ ਐਸੀ ਗੱਲ ਸੁਣਦਾ, ਕਈ ਵਾਰ ਬੰਦਾ ਗੱਲ ਸੁਣ ਕੇ ਬੇਹੋਸ਼ ਹੋ ਜਾਂਦਾ, ਸਾਹਮਣੇ ਵਿਛੋੜਾ ਦੇਖ ਕੇ ਵੀ ਬੇਹੋਸ਼ ਹੋ ਜਾਂਦਾ। ਇਹ ਭਾਈ ਪੱਲਾ ਜਿਹੜਾ ਹੈ ਆਪਣੇ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਬੇਹੋਸ਼ ਹੋ ਗਿਆ, ਡਿੱਗ ਗਿਆ। ਯਾਦ ਕਰਦਾ ਕਰਦਾ ਹੀ ਡਿੱਗ ਗਿਆ। ਮਹਾਰਾਜ ਜੀ ਨੂੰ ਯਾਦ ਕਰਦਾ ਕਰਦਾ ਹਮਰਾ ਮਨ ਬੈਰਾਗ ਬਿਰਕਤ ਪਿਓ। ਬਿਰਕਤ ਦਾ ਮਤਲਬ ਉਦਾਸ ਹੈ। ਮਹਾਰਾਜ ਜੀ ਮਨ ਮੇਰਾ ਹਰ ਦਰਸ਼ਨ ਮੀਤ ਕਹਿ ਤਾਈ, ਤੇਰੇ ਦਰਸ਼ਨਾਂ ਦੀ ਖਾਤਰ ਮੇਰਾ ਮਨ ਉਦਾਸ ਹੈ। ਹੁਣ ਜਦ ਇਹ ਡਿੱਗ ਪਿਆ ਤੱਤੀਆਂ ਢੇਮਾਂ ਦੇ ਉੱਪਰ, ਕਹਿ ਦਈਏ ਮਿੱਟੀ ਦੇ ਉੱਪਰ, ਇਹਨੂੰ ਕੋਈ ਪਤਾ ਨਹੀਂ। ਉਧਰ ਕਹਿੰਦੇ ਇਸ ਦੀ ਅੰਦਰਲੀ ਆਵਾਜ਼ ਉਹ ਧੰਨ ਧੰਨ ਮੇਰੀ ਪੀਰੀ ਦੇ ਮਾਲਕ ਤੱਕ ਪਹੁੰਚ ਗਈ। ਮਹਾਰਾਜ ਜੀ ਨੇ ਹੁਕਮ ਕੀਤਾ ਛੇਤੀ ਸਿੱਖਾਂ ਨੂੰ, ਕਹਿੰਦੇ ਛੇਤੀ ਤਿਆਰ ਕਰੋ, ਘੋੜਾ ਲਿਆਓ, ਕਿਧਰੇ ਜਾਣਾ ਹੈ। ਮਹਾਰਾਜ ਜੀ ਇੱਕਦਮ ਕਹਿੰਦੇ ਹਾਂ ਛੇਤੀ ਕਰੋ, ਨਾਲ ਤਿਆਰੀ ਕਰੋ। ਸਿੱਖਾਂ ਨੂੰ ਕਹਿੰਦੇ ਤੁਸੀਂ ਵੀ ਤਿਆਰੀ ਕਰੋ, ਛੇਤੀ ਪਹੁੰਚਣਾ ਵੀ ਕਿਧਰੇ ਜਾਣਾ। ਮਹਾਰਾਜ ਜੀ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸੋਹਣੀ ਕਲਗੀ ਸੋਹਣਾ ਮਹਾਰਾਜ ਜੀ ਨੇ ਸੋ ਪੁਸ਼ਾਕਾ ਪਹਿਨਿਆ ਹੋਇਆ ਤੇ ਮਹਾਰਾਜ ਘੋੜੇ ਦੇ ਉੱਪਰ ਸਵਾਰ ਹੋ ਕੇ ਉੱਥੇ ਚਲੇ ਗਏ ਜਿੱਥੇ ਭਾਈ ਪੱਲਾ ਡਿੱਗਿਆ ਪਿਆ ਸੀ। ਔਰ ਜਦ ਮਹਾਰਾਜ ਜੀ ਕੋਲ ਪਹੁੰਚੇ, ਨਾਲ ਸਿੱਖ ਵੀ ਨੇ, ਉਹ ਵੀ ਸਵਾਰ ਉਤਰ ਕੇ ਮਹਾਰਾਜ ਜੀ ਨੇ ਛੇਤੀ ਛੇਤੀ ਭਾਈ ਪੱਲੇ ਨੂੰ ਆਪਣੇ ਹੱਥਾਂ ਦੇ ਨਾਲ ਉਠਾਇਆ, ਆਪਣੀ ਗੋਦ ਵਿੱਚ ਉਸ ਦਾ ਸਿਰ ਰੱਖਿਆ। ਸਿਰ ਰੱਖ ਕੇ ਉਸ ਦੇ ਮੂੰਹ ਦੇ ਉੱਪਰ ਪਾਣੀ ਦੇ ਛਿੱਟੇ ਪਾਏ, ਉਹਦੇ ਮੂੰਹ ਦੇ ਵਿੱਚ ਪਾਣੀ ਦੀਆਂ ਬੂੰਦਾਂ ਪਾਈਆਂ। ਮਹਾਰਾਜ ਜੀ ਕਹਿੰਦੇ ਸਿੱਖਾ ਅੱਖੀਆਂ ਖੋਲ, ਅੱਖ ਖੋਲ। ਬੇਹੋਸ਼ ਹੋਏ ਨੂੰ ਹੌਲੀ ਹੌਲੀ ਹੋਸ਼ ਆਈ ਭਾਈ ਪੱਲੇ ਨੂੰ। ਜਦ ਹੌਲੀ ਹੌਲੀ ਆਪਣੇ ਨੈਣ ਖੋਲ੍ਹਦਾ, ਅੱਖਾਂ ਦੇ ਵਿੱਚ ਜਲ ਹੈ, ਅੱਖਾਂ ਭਰੀਆਂ ਹੋਈਆਂ ਜਲ ਨਾਲ, ਪ੍ਰੇਮ ਨਾਲ, ਵਿਰਾਗ ਨਾਲ। ਜਦ ਭਾਈ ਪੱਲਾ ਆਪਣੇ ਨੇਤਰ ਹੌਲੀ ਹੌਲੀ ਖੋਲ੍ਹਦਾ, ਹੌਲੀ ਹੌਲੀ ਧੁੰਦਲਾ ਦਿਸਦਾ ਚਿਹਰਾ। ਮਹਾਰਾਜ ਕਹਿੰਦੇ ਹੋਰ ਨੇਤਰ ਖੋਲ, ਜਾਗ। ਜਦ ਦੇਖਦਾ ਹੈ ਵੀ ਇੰਨਾ ਸੁੰਦਰ ਸਰੂਪ ਹੈ ਸਾਹਮਣੇ, ਲੰਬਾ ਸੁੰਦਰ ਦਾੜਾ, ਸੀਸ ਤੇ ਕਲਗੀ, ਦਗਦਾ ਕਰਦਾ ਇਲਾਹੀ ਨੂਰ ਚਿਹਰਾ, ਔਰ ਠੰਡ ਪਾ ਰਿਹਾ ਆਪਣੇ ਹੱਥਾਂ ਵਿੱਚ ਲੈ ਕੇ ਆਪਣੀ ਗੋਦ ਵਿੱਚ। ਤੇ ਮਹਾਰਾਜ ਜੀ ਨੂੰ ਦੇਖ ਕੇ ਹੀ ਉਤਰ ਗਿਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਗੁਰੂ ਦੇ ਦਰਸ਼ਨ ਕਰਕੇ ਸ਼ਾਂਤੀ ਆਉਣੀ ਚਾਹੀਦੀ ਹੈ। ਜੇ ਪੂਰੇ ਗੁਰੂ ਦੇ ਦਰਸ਼ਨ ਕਰਕੇ ਸ਼ਾਂਤੀ ਨਾ ਆਈ, ਸਮਝ ਲੈਣਾ ਮਨ ਵਿੱਚ ਕੋਈ ਕਮੀ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ ਦਰਸ਼ਨ ਕਰਕੇ ਮਨ ਖੁਸ਼ ਨਹੀਂ ਹੁੰਦਾ, ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਤੇ ਸਾਨੂੰ ਆਪਣੇ ਮਨ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਜਦੋਂ ਸਰੀਰ ਟੁੱਟਦਾ ਭੱਜਦਾ, ਬੰਦਾ ਕਹਿੰਦਾ ਕੋਈ ਗੋਲੀ ਖਾਓ, ਪੇਨ ਕਿਲਰ, ਵੀ ਬੜਾ ਔਖਾ ਹੈ। ਜਦੋਂ ਤਾਪ ਚੜ੍ਹਿਆ ਹੁੰਦਾ, ਬੰਦਾ ਕਹਿੰਦਾ ਪੈਰਾਸੀਟਾਮੋਲ ਖਾਓ, ਠੀਕ ਹੋ ਜਾਂਦਾ ਹੈ। ਪਤਾ ਲੱਗ ਜਾਂਦਾ, ਅਵਸਥਾ ਦਾ ਪਤਾ ਲੱਗ ਜਾਂਦਾ, ਸਰੀਰ ਟੁੱਟਦੇ ਦਾ ਪਤਾ ਲੱਗ ਜਾਂਦਾ ਵੀ ਅੱਜ ਸਰੀਰ ਠੀਕ ਨਹੀਂ ਹੈ। ਜਦ ਗੁਰੂ ਦੇ ਕੋਲ ਆ ਕੇ ਵੀ ਮਨ ਕਾਹਲੀ ਦੇ ਵਿੱਚ ਹੀ ਹੈ, ਮਨ ਅਜੇ ਵੀ ਭੈੜਾ ਹੀ ਬਣਿਆ ਹੋਇਆ, ਤੇ ਫਿਰ ਮਨ ਸਮਝਾਵਨ ਕਾਰਨ ਕਛੁਕ ਪੜ੍ਹੀਏ ਗਿਆਨ। ਮਹਾਰਾਜ ਨੂੰ ਪੁੱਛ ਲੈਣਾ ਚਾਹੀਦਾ, ਮਹਾਰਾਜ ਜੀ ਨੂੰ ਠੀਕ ਸਹੀ ਕਰ ਦਿਓ, ਇਹਨੂੰ ਸਹੀ ਕਰ ਦਿਓ, ਇਹਨੂੰ
ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ। ਇਹਦੇ ਟਿੱਬੇ ਲਾ ਕੇ ਨਾ ਇਹਨੂੰ ਸਮਤਲ ਕਰ ਦਿਓ, ਇਹਨੂੰ ਬਰਾਬਰ ਕਰ ਦਿਓ, ਇਹਨੂੰ ਬਿਲਕੁਲ ਕਲੀਨ ਕਰ ਦਿਓ। ਮਹਾਰਾਜ ਜੀ ਮਿਹਰ ਕਰੋ, ਸਾਡੇ ਵੱਸ ਨਹੀਂ। ਸੋ ਮਹਾਰਾਜ ਜੀ ਕਹਿੰਦੇ ਜਾਗ ਪੁੱਤਰ ਅੱਖੀਆਂ ਖੋਲ। ਸੋ ਇਸ ਭਾਈ ਪੱਲੇ ਨੇ ਜਦ ਪੂਰੇ ਨੇਤਰ ਖੋਲ੍ਹੇ ਅਤੇ ਸਾਹਮਣੇ ਤੱਕਿਆ ਸਤਿਗੁਰ ਦੀ ਪਿਆਰੀ ਮੂਰਤ ਨੂੰ। ਮਹਾਰਾਜ ਜੀ ਕਹਿੰਦੇ ਬਈ ਜਿਨ੍ਹਾਂ ਨੂੰ ਤੂੰ ਯਾਦ ਕਰਦਾ ਸੀ ਕਈ ਸਾਲਾਂ ਤੋਂ, ਅਤੇ ਹੁਣ ਅਸੀਂ ਆ ਚੁੱਕੇ ਹਾਂ ਭਾਈ, ਹੁਣ ਕਰ ਦਰਸ਼ਨ ਦੀਦਾਰ, ਲਵਾ ਹਾਜ਼ਰੀਆਂ। ਅਤੇ ਜਦੋਂ ਮਹਾਰਾਜ ਨੂੰ ਦੇਖਿਆ ਤਾਂ ਭਾਈ ਪੱਲੇ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜ਼ੁਬਾਨ ਸਾਥ ਨਹੀਂ ਦੇ ਰਹੀ। ਬੁੱਲ ਜਿਹੜੇ ਨੇ ਉਹ ਕੰਬਦੇ ਪਏ ਨੇ, ਆਵਾਜ਼ ਨਿਕਲਦੀ ਨਹੀਂ ਪਈ। ਅਤੇ ਮਾਂ ਨੇ ਪੁੱਤ ਨੂੰ ਇਹ ਕਿਹਾ ਹੋਇਆ ਸੀ ਜਦੋਂ ਕਿਤੇ ਗੁਰੂ ਸਾਹਿਬ ਆਉਣ ਅਤੇ ਉਹਨਾਂ ਨੂੰ ਕੁਝ ਸ਼ਿਕਾਈ ਦਾ ਹੁੰਦਾ ਅਤੇ ਪੱਲੇ ਦੇ ਵਿੱਚ ਗੁੜ ਦੀ ਰੋੜੀ ਕਹਿ ਦਈਏ, ਪੇਸੀ ਕਹਿ ਲਈਏ, ਉਹ ਬੰਨੀ ਹੋਈ ਸੀ, ਇਸ ਨੇ ਕੱਸ ਕੇ ਗੰਢ ਮਾਰੀ ਹੋਈ ਸੀ। ਪੁਰਾਣੇ ਜ਼ਮਾਨੇ ਵਿੱਚ ਆਪਣੇ ਪੱਲੇ ਨਾਲ ਖਾਸ ਕਰਕੇ ਬੀਬੀਆਂ ਚੁੰਨੀਆਂ ਦੇ ਵਿੱਚ ਪੈਸੇ ਖਾਸ ਕਰਕੇ ਬੰਨ੍ਹ ਕੇ ਰੱਖਦੀਆਂ ਹੁੰਦੀਆਂ। ਹੁਣ ਵੀ ਪੁਰਾਣੀਆਂ ਕੋਈ ਹੈ, ਉਹਨਾਂ ਕੋਲ ਪਰਸ ਨਹੀਂ ਸਨ ਹੁੰਦੇ, ਬਟੂਏ ਨਹੀਂ ਸਨ, ਚੁੰਨੀ ਦੇ ਪੱਲੇ ਨਾਲ। ਜਾਂ ਬਜ਼ੁਰਗਾਂ ਨੇ ਵੀ ਜਿਹੜਾ ਮੋਢੇ 'ਤੇ ਕੋਈ ਪਰਨਾ ਜਾਂ ਸਾਫਾ ਹੋਣਾ ਉਹਦੇ ਵਿੱਚ ਹੀ ਕਿਨਾਰੇ 'ਤੇ ਪੈਸੇ ਬੰਨ੍ਹਣੇ, ਉਹਦੇ ਨਾਲ ਹੀ ਫਿਰ ਖੋਲ੍ਹ ਕੇ ਉਹਨੂੰ ਸੌਦਾ ਪੱਤਾ ਲੈਣਾ। ਰਿਵਾਜ਼ ਸੀ ਪੱਲੇ ਨਾਲ ਬੰਨ੍ਹਣ ਦਾ। ਪੱਲੇ ਦੀ ਗੱਲ ਜਿਹੜੀ ਹੈ ਫਿਰ ਬੜੀ ਬਾਣੀ ਵਿੱਚ ਵੀ ਆਈ ਹੈ। ਸੋ ਉਸ ਭਾਈ ਪੱਲੇ ਨੇ ਆਪਣੇ ਪੱਲੇ ਦੇ ਵਿੱਚੋਂ ਉਹ ਮਿੱਠਾ ਜਿਹੜਾ ਬੰਨ੍ਹਿਆ ਸੀ, ਗੁੜ ਬੰਨ੍ਹਿਆ ਸੀ, ਗੰਢਾਂ ਮਾਰੀਆਂ ਸੀ, ਉਸ ਨੂੰ ਦੋ ਚਾਰ ਅਤੇ ਛੇਤੀ ਖੋਲ੍ਹਦਾ, ਪਰ ਹੱਥ ਵੀ ਕੰਬੀ ਜਾਂਦੇ ਨੇ, ਗੰਢ ਵੀ ਨਹੀਂ ਖੁੱਲ੍ਹਦੀ। ਮਹਾਰਾਜ ਨੂੰ ਕੁਛ ਛਕਾਵਾਂ, ਮਿੱਠਾ ਛਕਾਵਾਂ, ਮੂੰਹ ਮਿੱਠਾ ਕਰਾਵਾਂ, ਜਿਵੇਂ ਅਸੀਂ ਮੂੰਹ ਮਿੱਠਾ ਕਰਾਉਂਦੇ ਨਾ, ਜਦੋਂ ਖੁਸ਼ੀ ਜ਼ਿਆਦਾ ਹੁੰਦੀ ਇੱਕਦਮ ਡੱਬਾ ਲਿਆ ਕੇ ਮੂੰਹ ਮਿੱਠਾ ਕਰਾਈਦਾ ਨਾ। ਪੁਰਾਣੇ ਸਮੇਂ ਵਿੱਚ ਗੁੜ ਖਵਾਇਆ ਜਾਂਦਾ ਸੀ, ਪਤਾਸੇ। ਅਤੇ ਮਹਾਰਾਜ ਕਹਿੰਦੇ ਨੇ ਲਿਆ ਭਾਈ ਪੱਲਿਆ, ਆ ਲਿਆ, ਅੱਜ ਤੇਰੀਆਂ ਗੰਢਾਂ ਵੀ ਤੇਰੀਆਂ ਮੈਂ ਹੀ ਖੋਲ੍ਹ ਦਿੰਦਾ ਸਾਰੀਆਂ, ਤੇਰੀਆਂ ਜਨਮ ਦੀਆਂ ਜਿਹੜੀਆਂ ਗੰਢਾਂ ਪਈਆਂ ਹੋਈਆਂ, ਤੇਰੀ ਗਰੀਬੀ, ਤੇਰੇ ਦੁੱਖ, ਤੇਰੇ ਕਸ਼ਟ, ਸਾਰੀਆਂ ਗੰਢਾਂ ਖੁੱਲ੍ਹ ਗਈਆਂ, ਅੱਜ ਬਸ ਖੋਲ੍ਹ ਦਿੱਤੀਆਂ ਗੁਰੂ ਸਾਹਿਬ ਨੇ। ਅੱਗੇ ਮਹਾਰਾਜ ਦੇ ਕਿਹਾ ਵੀ ਮਹਾਰਾਜ ਛਕੋ, ਮੂੰਹ ਮਿੱਠਾ ਕਰੋ। ਸੋ ਮਹਾਰਾਜ ਜੀ ਨੇ ਮੂੰਹ ਮਿੱਠਾ ਕੀਤਾ, ਸਿੱਖਾਂ ਦਾ ਮੂੰਹ ਮਿੱਠਾ ਕਰਾਇਆ। ਚੱਲ ਹੁਣ ਪੱਲਿਆ, ਹੁਣ ਕੀ ਕਰਨਾ, ਲੈ ਚੱਲ, ਕਿੱਥੇ ਰਹਿਣਾ ਹੈ, ਕਰ ਲੈ, ਚੱਲ ਕਰ ਲੈ ਗਏ ਭਾਈ ਪੱਲਾ ਜੀ। ਅਤੇ ਮਾਂ ਨੂੰ ਕਹਿੰਦਾ ਲੈ ਮਾਂ, ਜਿਹਦੀ ਤੂੰ ਬੰਦਗੀ ਕਰਦੀ ਸੀ, ਯਾਦ ਕਰਦੀ ਸੀ, ਉਹ ਗੁਰੂ ਆਪ ਚੱਲ ਕੇ ਆਇਆ। ਚਰਨ ਸ਼ਰਨ ਗੁਰ ਏਕ ਪਿੰਡਾ ਜਾਏ, ਚੱਲ ਸਤਿਗੁਰ ਕੋਟ ਪਿੰਡਾ ਅੱਗੇ ਹੋਲੇ। ਤਾਂ ਆਪ ਆ ਗਏ ਮਹਾਰਾਜ ਜੀ ਕਹਿੰਦੇ ਭਾਈ ਲੰਗਰ ਤਿਆਰ ਕਰੋ, ਪ੍ਰਸ਼ਾਦਾ ਛਕਣਾ ਹੈ, ਲੰਗਰ ਛਕਾਂਗੇ। ਦੇਖੋ ਮਹਾਰਾਜ ਆਪ ਕਹਿੰਦੇ ਉਹ ਆਏ ਤਾਰਨ ਦੇ ਲਈ ਸੀ, ਹੁਣ ਘਰ ਦੇ ਵਿੱਚ ਬਹੁਤੀ ਰਸਦ ਨਹੀਂ ਹੈ, ਥੋੜ੍ਹੀ ਜਿਹੀ ਦਾਲ ਹੈ, ਉਹੀ ਕਹਿੰਦੇ ਆ ਦਾਲ ਧਰ ਦਿੱਤੀ। ਤੌੜੀਆਂ ਦੇ ਵਿੱਚ ਕਹਿ ਲਈਏ, ਤੌੜਾ ਵੱਡਾ ਹੁੰਦਾ, ਤੌੜੀ ਛੋਟੀ ਹੁੰਦੀ ਹੈ, ਉਹਦੇ ਵਿੱਚ ਕਹਿੰਦੇ ਰੱਖ ਦਿੱਤੀ ਕੱਚੇ ਭਾਂਡੇ ਦੇ ਵਿੱਚ, ਅਤੇ ਬਣਾ ਕੇ ਦਾਲ ਅਤੇ ਪ੍ਰਸ਼ਾਦੇ ਬਣਾਏ, ਜਿੰਨੀ ਕੁ ਰਸਦ ਸੀ ਬਣਾ ਲਏ। ਅਤੇ ਹੁਣ ਕਹਿੰਦੇ ਨੇ ਜਿਹੜੇ ਪਿੰਡ ਵਾਲਿਆਂ ਨੇ ਬਾਹਰ ਕੱਢੇ ਸੀ ਉਹਨਾਂ ਨੂੰ ਘਰੋਂ, ਉਹ ਦੂਰੋਂ ਦੇਖਦੇ ਨੇ ਵੀ ਤਮਾਸ਼ਾ ਦੇਖਦੇ ਹਾਂ, ਇਹਨਾਂ ਦੇ ਘਰ 'ਤੇ ਰੋਟੀ ਨਹੀਂ ਹੈ ਖਾਣ ਪੀਣ ਨੂੰ, ਅਤੇ ਇਹਨਾਂ ਦੇ ਘਰ ਗੁਰੂ ਆਇਆ, ਨਾਲ ਸਿੱਖ ਆਏ ਨੇ, ਦੇਖਦੇ ਹਾਂ ਕਿੱਥੋਂ ਛਕਾਉਂਦੇ ਨੇ। ਮਹਾਰਾਜ ਜੀ ਨੇ ਜੋ ਦੇਖਿਆ ਨਾ ਵੀ ਤਮਾਸ਼ਬੀਨ ਬਾਹਰ ਖੜ੍ਹੇ ਨੇ, ਮਹਾਰਾਜ ਜੀ ਨੇ ਉਹਨਾਂ ਨੂੰ ਵੀ ਆਵਾਜ਼ ਮਾਰੀ, ਕੋਠਿਆਂ 'ਤੇ ਚੜ੍ਹਿਆਂ ਨੂੰ ਆਵਾਜ਼ ਮਾਰੀ, ਭਾਈ ਆ ਜਾਓ ਥੱਲੇ, ਲੰਗਰ ਆਰੰਭ ਹੋਣ ਲੱਗਾ, ਛਕੋ ਆ ਕੇ। ਅਤੇ ਭਾਈ ਪੱਲਾ ਅਤੇ ਉਹਦੀ ਮਾਂ ਕਹਿੰਦੀ ਹੈ ਮਹਾਰਾਜ ਵੀ ਸਾਡੇ ਘਰ ਤੇ ਆ, ਹੋਰ ਕੁਛ ਹੈ ਹੀ ਨਹੀਂ, ਆ ਹੀ ਹੈ ਥੋੜ੍ਹਾ ਜਿਹਾ, ਵੀ ਇਹ ਕਿੱਦਾਂ ਹੋਏਗਾ। ਮਹਾਰਾਜ ਜੀ ਕਹਿੰਦੇ ਇਹਨੂੰ ਬਾਈ ਢੱਕ ਦਿਓ, ਗੁਰੂ ਨਾਨਕ ਦਾ ਨਾਂ ਲਾਓ, ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰੋ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਤੋੜ ਨਾ ਆਵੇ ਵੱਧ ਹੋ ਜਾਈ। ਮਹਾਰਾਜ ਜੀ ਕਹਿੰਦੇ ਇਹ ਨਹੀਂ ਘਟੇਗਾ। ਮਹਾਰਾਜ ਜੀ ਕਹਿੰਦੇ ਆਓ ਸਾਰੇ ਜਣੇ ਛਕੋ। ਕਹਿੰਦੇ ਉਹ ਜਿੰਨੀ ਕੁ ਦਾਲ ਜੋ ਵੀ ਪ੍ਰਸ਼ਾਦਾ ਬਣਾਇਆ ਸੀ ਉਹ ਵਰਤਾਉਣਾ ਸ਼ੁਰੂ ਕੀਤਾ, ਸਾਰਿਆਂ ਨੇ ਛਕ ਲਿਆ, ਗੁਰੂ ਸਾਹਿਬ ਨੇ ਛਕਿਆ, ਸਿੱਖਾਂ ਨੇ ਛਕਿਆ, ਅਜੇ ਵੀ ਹੈ ਬਰਕਤ, ਅਜੇ ਵੀ ਹੈ। ਉਹ ਬਰਕਤ ਨਹੀਂ ਗਈ। ਬਰਕਤ ਵੱਡੀ ਹੁੰਦੀ ਹੈ, ਪਦਾਰਥ ਵੱਡੇ ਨਹੀਂ ਹੁੰਦੇ। ਕਈ ਵਾਰ ਬੰਦਾ ਇੱਕ ਰੋਟੀ ਦੇ ਨਾਲ ਕਹਿੰਦਾ ਆਨੰਦ ਆ ਗਿਆ, ਕਈ ਵਾਰ ਇੰਨੀਆਂ ਨੇ ਕੌਲੀਆਂ ਵੀ 8-8 ਖਾ ਕੇ ਵੀ ਸੈਟਿਸਫਾਈ ਨਹੀਂ ਹੁੰਦਾ। ਕਈ ਵਾਰ ਰੁੱਖੀ ਜੀ ਖਾ ਕੇ ਨਾ ਜਦੋਂ ਭੁੱਖ ਲੱਗੀ ਹੁੰਦੀ ਹੈ, ਕੋਈ ਕਹਿੰਦਾ ਅਚਾਰ ਹੈਗਾ, ਗੰਢਾ ਹੈਗਾ, ਰਾਤ ਦੀ ਹੈਗੀ,
ਜਾਂ ਕੋਈ ਸੁੱਕੀ ਜੀ ਸਬਜ਼ੀ ਹੈਗੀ ਉਹਦੇ ਨਾਲ ਖਾ ਕੇ ਕਿਤੇ ਆਨੰਦ ਆ ਜਾਂਦਾ। ਤੇ ਕਈ ਵਾਰ 8-8 ਕੌਲੀਆਂ ਖਾ ਕੇ ਵੀ ਬੰਦਾ ਸੈਟੀਸਫਾਈ ਨਹੀਂ ਹੁੰਦਾ। ਇਹ ਗੁਰੂ ਦੀ ਮਰਜ਼ੀ ਹੈ ਬਰਕਤ ਜਾਂ ਸਬਰ ਕਿਸ ਨੂੰ ਕਿੱਦਾਂ ਦੇਣਾ। ਤੇ ਮਹਾਰਾਜ ਜੀ ਨੇ ਆਪ ਵੀ ਛਕਿਆ, ਸਾਰੀਆਂ ਸੰਗਤਾਂ ਨੂੰ ਵੀ ਛਕਾਇਆ, ਤੇ ਮਹਾਰਾਜ ਜੀ ਨੇ ਅਸੀਸਾਂ ਦੇ ਕੇ ਭਾਈ ਪੱਲੇ ਨੂੰ ਨਿਹਾਲ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਤੇਰੀਆਂ ਕੁਲਾਂ ਤਰਨਗੀਆਂ ਭਾਈ, ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ, ਨਮਸਕਾਰਾਂ ਕਰੇਗੀ ਤੇਰੇ ਨਾਮ ਨੂੰ ਤੈਨੂੰ। ਕਿਉਂਕਿ ਤੂੰ ਸਿੱਖੀ ਸਿਦਕ ਨਿਭਾਇਆ, ਤੂੰ ਸਬਰ ਸ਼ੁਕਰ ਕੀਤਾ, ਤੁਸੀਂ ਡੋਲੇ ਨਹੀਂ, ਤੇਰੀ ਮਾਂ ਡੋਲੀ ਨਹੀਂ। ਉਹਨੇ ਗੁਰੂ ਨਾਨਕ ਦਾ ਘਰ ਨਹੀਂ ਛੱਡਿਆ। ਲੋਕਾਂ ਨੇ ਭਾਵੇਂ ਘਰੋਂ ਕੱਢ ਦਿੱਤਾ, ਸਹੁਰਿਆਂ ਨੇ ਘਰੋਂ ਕੱਢ ਦਿੱਤਾ, ਪਰ ਉਹ ਸਿੱਖੀ ਸਿਦਕ 'ਤੇ ਕਾਇਮ ਰਹੀ। ਜੇ ਤੁਹਾਡਾ ਭਰੋਸਾ ਪੱਕਾ ਸੀ ਤੇ ਅੱਜ ਤੁਸੀਂ ਪਾਸ ਹੋਏ। ਸੋ ਸ਼ਬਦ ਦੀ ਪੰਕਤੀ ਸੀ, ਹਮਰਾ ਮਨ ਬੈਰਾਗ ਬਰਕਤ ਪਿਓ ਹਰ ਦਰਸ਼ਨ ਮੀਤ ਕੇ ਤਾਈ। ਮੇਰਾ ਮਨ ਬੈਰਾਗੀ ਹੈ, ਗੁਰੂ ਰਾਮਦਾਸ ਜੀ ਕਹਿੰਦੇ ਮੇਰਾ ਮਨ ਬਰਕਤ ਹੋਇਆ ਫਿਰਦਾ, ਉਦਾਸ ਉਪਰਾਮ ਹੈ ਤੇਰੇ ਨਾਮ ਕਰਕੇ, ਤੇ ਮੈਂ ਤੇਰੇ ਦਰਸ਼ਨ ਦੀ ਖਾਤਰ ਮੇਰੇ ਤੇ ਮਿਹਰ ਕਰ। ਜੈਸੇ ਅਲ ਕਮਲਾ ਬਿਨ ਰਹਿ ਨਾ ਸਕੇ, ਤੈਸੇ ਮੋਏ ਹਰ ਬਿਨ ਰਹਿ ਨਾ ਜਾਈ। ਜਿਵੇਂ ਕਮਲ ਦੇ ਫੁੱਲ ਤੋਂ ਬਗੈਰ ਅਲ ਮਤਲਬ ਭੌਰਾ ਨਹੀਂ ਰਹਿ ਸਕਦਾ, ਮੇਰਾ ਵੀ ਦਿਲ ਇਸੇ ਤਰ੍ਹਾਂ ਹੀ ਕਰਦਾ। ਤੂੰ ਫੁੱਲ ਹੈ ਤੇ ਮੈਂ ਭੌਰਾ, ਤੇਰੀ ਸੁਗੰਧੀ ਲੈਣ ਨੂੰ ਦਿਲ ਕਰਦਾ। ਰਾਖ ਸਰਨ ਜਗਦੀਸ਼ਰ ਪਿਆਰੇ, ਮੋਹ ਸ਼ਰਧਾ ਪੂਰ ਹਰ ਗੁਸਾਈ। ਹੇ ਜਗ ਦੇ ਮਾਲਕ, ਹੇ ਮੇਰੇ ਖਸਮ, ਹੇ ਮੇਰੇ ਮਾਲਕ, ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਤੇ ਮੇਰੇ ਅੰਦਰ ਦੀ ਤਾਂਘ ਦਰਸ਼ਨਾਂ ਦੀ ਪਿਆਸ ਪੂਰੀ ਹੋ ਜਾਏ। ਜਨ ਨਾਨਕ ਕੇ ਮਨ ਆਨੰਦ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ। ਜਦੋਂ ਤੇਰੇ ਦਰਸ਼ਨ ਹੁੰਦੇ ਨੇ ਨਾ, ਜਾਂ ਮੇਰੇ ਅੰਦਰ ਜਦੋਂ ਚਾਅ ਪੈਦਾ ਹੁੰਦਾ ਹੈ ਨਾ, ਤੇ ਮੈਨੂੰ ਇੱਕਦਮ ਦਰਸ਼ਨ ਮਹਾਰਾਜ ਜੀ ਦਿਆ ਕਰੋ, ਮੇਰੀ ਅੱਖ ਝਮਕੇ ਤੇ ਦਰਸ਼ਨ ਹੋ ਜਾਣ। ਇੱਦਾਂ ਦੀ ਮੇਰੀ ਅਵਸਥਾ ਤੁਸੀਂ ਬਣਾ ਦਿਓ। ਜਨ ਨਾਨਕ ਹੈ ਮਨ ਆਨੰਦ ਹੋਤਾ ਹੈ, ਮੇਰੇ ਤੇਰੇ ਦਰਸ਼ਨ ਕਰਕੇ, ਤੈਨੂੰ ਮਿਲ ਕੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ। ਹਰ ਦਰਸ਼ਨ ਨਿਮਖ ਦਿਖਾਏ, ਮੈਨੂੰ ਇੱਕ ਸਕਿੰਟ ਦੇ ਵਿੱਚ ਮਹਾਰਾਜ ਦਰਸ਼ਨ ਦੇ ਦਿਆ ਕਰੋ। ਮੈਂ ਰਹਿ ਨਹੀਂ ਸਕਦਾ ਤੇਰੇ ਦਰਸ਼ਨਾਂ ਤੋਂ ਬਗੈਰ, ਤੇਰੇ ਨਾਲ ਗੱਲ ਕਰਨ ਤੋਂ ਬਗੈਰ ਰਹਿ ਨਹੀਂ ਸਕਦਾ। ਮੈਂ ਦਿਲ ਦੀ ਗੱਲ ਕਿਹਨੂੰ ਸੁਣਾਵਾਂ, ਸਾਰੇ ਤੇ ਮਜ਼ਾਕ ਕਰਦੇ ਨੇ, ਸਾਰੇ ਤੇ ਟਿਚਰਾਂ ਕਰਦੇ ਨੇ। ਮੈਂ ਦਿਲ ਦੀ ਗੱਲ ਤੇਰੇ ਤੋਂ ਬਗੈਰ ਕਿਸੇ ਨੂੰ ਨਹੀਂ ਦੱਸ ਸਕਦਾ। ਖੋਟੀ ਖਰੀ ਤੇਰੇ ਅੱਗੇ ਖੋਲਾਂਗਾ, ਤੇ ਮੈਂ ਖੋਲ੍ਹਣੀ ਹੈ, ਤੂੰ ਮੈਨੂੰ ਦਰਸ਼ਨ ਦੇਵੀਂ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਮਹਾਰਾਜ ਜੀ ਮਿਹਰ ਕਰਨ, ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ, ਸਾਡਾ ਜੀਵਨ ਬਣੇ। ਅੱਗੇ ਵੀ ਬੇਨਤੀ ਕੀਤੀ ਸੀ। ਸੋ ਆਪਣਾ ਅੱਖਾਂ ਦਾ ਕੈਂਪ ਬੇਗੋਵਾਲ ਰੋਟਰੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ, ਜਿੱਥੇ ਦੇ ਪ੍ਰਬੰਧਕ ਗੁਰਦੁਆਰਾ ਸਿੰਘ ਸਭਾ ਦੇ ਸੈਕਟਰੀ ਸਾਹਿਬ ਹਨ। ਸੋ ਜੇ ਕਿਸੇ ਨੇ ਅੱਖਾਂ ਦਾ ਆਪਰੇਸ਼ਨ ਕਰਵਾਉਣਾ, ਲੈਂਜ ਪਵਾਉਣਾ, ਜਾਂ ਕਿਸੇ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈ, ਕੋਈ ਐਨਕ ਲਵਾਉਂਦਾ, ਸੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਅੱਖਾਂ ਦੀ, ਤੇ ਉਹ 10 ਤਰੀਕ ਨੂੰ ਉਹ ਬਿਗੋਵਾਲ ਜਾ ਕੇ ਉੱਥੇ ਆਪਣੇ ਅੱਖਾਂ ਦਾ ਆਪਰੇਸ਼ਨ ਜਾਂ ਇਲਾਜ ਕਰਵਾ ਸਕਦੇ ਹੋ ਫ੍ਰੀ ਦੇ ਵਿੱਚ। ਗੁਰੂ ਸਾਹਿਬ ਮਿਹਰ ਕਰੇ, ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।